ਸੋ ਆਓ ਅਸੀਂ ਉਸੇ ਵਿਸ਼ੇ ਨੂੰ ਅੱਗੇ ਵਧਾਉਂਦੇ ਹਾਂ ਔਰ ਜਿਹੜਾ ਅਸੀਂ ਪਿੱਛੇ ਸਿੱਖਦੇ ਆ ਰਹੇ ਹਾਂ ਔਰ ਦੁਆ ਦੇ ਵਿੱਚ ਬੈਠੇ ਹੋ ਤੁਸੀਂ ਤਾਂ ਕਿ ਸਾਨੂੰ ਪਰਮੇਸ਼ਵਰ ਅਸਲੀ ਪ੍ਰਕਾਸ਼ਨੇ ਦੇਵੇ ਜਿਹਦੇ ਨਾਲ ਕਲੀਸਿਆ ਦੀ ਤਰੱਕੀ ਹੋਵੇ, ਦੁਲਹਨ ਜਿਹੜੀ ਆ ਉਹ ਸ਼ਿੰਗਾਰੀ ਜਾਵੇ ਤੇ ਦੁਲਹਨ ਤਿਆਰ ਹੋਵੇ। ਹਾਲੇਲੂਇਆ। ਸੋ ਅਸੀਂ ਪੜਾਂਗੇ ਬਾਈਬਲ ਦੇ ਵਿੱਚੋਂ ਪਹਿਲਾ ਯੂਹੰਨਾ ਦਾ ਖੱਤ, ਉਹਦਾ 3 ਅਧਿਆਏ, ਉਹਦੀ 2 ਵਰਸ। ਔਰ ਤੁਸੀਂ ਲਿਖ ਸਕਦੇ ਹੋ, ਯਾਦ ਰੱਖਣਾ, ਇੱਕ ਪਾਸੇ ਅਸੀਂ ਰੈਪਚਰ ਦੇ ਉੱਤੇ ਜਿਹੜੀਆਂ ਗੱਲਾਂ ਮੋਹਰ ਲਾਉਂਦੀਆਂ ਆ, ਅਸੀਂ ਉਹਨਾਂ ਵਰਸਾਂ ਨੂੰ ਸਿੱਖਾਂਗੇ ਔਰ ਦੂਸਰੇ ਪਾਸੇ ਅਸੀਂ ਉਹ ਵਰਸਾਂ ਸਿੱਖਾਂਗੇ ਜਿਹੜੀਆਂ ਇਹ ਸਾਬਤ ਕਰਦੀਆਂ ਆ ਕਿ ਦੂਸਰਾ ਆਗਮਨ ਇਸਰਾਇਲ ਦੇ ਲਈ ਆ ਔਰ ਦੁਨੀਆ ਉੱਤੇ ਪ੍ਰਗਟ ਹੋਣ ਦੇ ਲਈ ਆ, ਲੇਕਿਨ ਜਿਹੜਾ ਰੈਪਚਰ ਆ ਉਹ ਸਿਰਫ ਔਰ ਸਿਰਫ ਦੁਲਹਨ ਦੇ ਲਈ ਔਰ ਦੁਲਹਨ ਦੇ ਵਾਸਤੇ। ਹਾਲੇਲੂਇਆ। ਸੋ ਅਸੀਂ ਇਹਦੇ 6 ਪੁਆਇੰਟ ਪਹਿਲਾਂ ਸਿੱਖ ਚੁੱਕੇ ਸਾਂ ਔਰ ਹੁਣ 7ਵੇਂ ਪੁਆਇੰਟ ਦੇ ਉੱਤੇ ਅਸੀਂ ਵਧਾਂਗੇ। 6ਵੇਂ ਪੁਆਇੰਟ ਤੱਕ ਅਸੀਂ ਪਹਿਲਾਂ ਸਿੱਖਿਆ ਸੀਗਾ, क्षण भर में पलक झपकते ही होगा, आंख से देखने के लिए बहुत जल्दी। ਉਹਦਾ ਅਸੀਂ ਵੇਰਵਾ ਪੜ੍ਹਿਆ ਸੀ ਪਿਛਲੇ ਦਿਨਾਂ ਦੇ ਵਿੱਚ। ਪਹਿਲਾ ਕਰੰਥੀਆਂ ਦਾ ਖੱਤ, ਉਹਦਾ 15 ਅਧਿਆਏ, ਉਹਦੀ 52 ਵਰਸ। 1 Corinthians chapter 15 verse 52। ਪਹਿਲਾ ਕਰੰਥੀਆਂ 15 ਬਾਬ, ਉਹਦੀ 52 ਆਇਤ ਅਸੀਂ ਪੜ੍ਹੀ ਸੀਗੀ, ਜਿਹੜੀ ਕਿ ਰੈਪਚਰ ਦੇ ਉੱਤੇ ਮੋਹਰ ਲਾਉਂਦੀ ਹੈ। ਔਰ ਦੂਸਰੇ ਪਾਸੇ ਅਸੀਂ ਉਹਦੇ ਉਲਟ ਜੋ ਕੁਝ ਇੱਧਰ ਹੋ ਰਿਹਾ, ਬਿਲਕੁਲ ਦੂਸਰੇ ਪਾਸੇ ਉਹਦੇ ਉਲਟ ਹੁੰਦਾ ਦੇਖਦੇ ਹਾਂ ਅਸੀਂ। इधर पलक झपकते ही है तो उधर धीमे से आना, लोग उसे आते हुए देखेंगे। एक पासे पलक झपकते ही है, कोई नहीं देखूगा, सिर्फ दुल्हन नूं पता लगूगा। दूजे पासे जिहड़ा आगमन दे विच आ ਉਹ ਆਰਾਮ ਦੇ ਨਾਲ ਉਹਨੂੰ ਆਉਂਦਿਆਂ ਦੇਖਾਂਗੇ ਔਰ ਲੋਕੀ ਉਹਨੂੰ ਆਉਂਦੇ ਹੋਏ ਦੇਖਣਗੇ। ਸੋ ਮੈਂ ਚਾਹੁੰਦਾ ਉਹ ਵੀ ਅਸੀਂ ਰਿਪੀਟ ਕਰ ਹੀ ਲਈਏ 6ਵਾਂ ਜਿਹੜਾ ਪਾਰਟ ਹੈ, ਤਾਂ ਕਿ ਅਸੀਂ ਉਹਦੇ ਨਾਲ ਜੁੜ ਜਾਈਏ। ਫਿਰ ਪਹਿਲਾ ਕਰੰਥੀਆਂ ਦਾ ਖੱਤ, ਉਹਦਾ 15 ਬਾਬ, ਉਹਦੀ 52 ਆਇਤ ਅਸੀਂ ਕੋਈ ਵੀ ਜਣਾ ਜਲਦੀ ਜਲਦੀ ਪੜ੍ਹ ਲਈਏ। ਹਾਲੇਲੂਇਆ। ਸੋ ਜਲਦੀ ਜਲਦੀ ਕੱਢ ਲਿਆ ਕਰੋ ਤਾਂ ਕਿ ਇਸ ਤੋਂ ਬਾਅਦ ਕੋਈ ਜਣਾ ਦੂਸਰਾ ਜਿਹੜਾ ਆ ਉਹ ਇਹਦੀ ਦੂਸਰੀ ਆਇਤ ਕੱਢ ਕੇ ਰੱਖੇ। ਜ਼ਕਰਿਆ ਨਬੀ ਦੀ ਕਿਤਾਬ 12 ਅਧਿਆਏ, ਉਹਦੀ 10 ਵਰਸ। ਇੱਕ ਜਣਾ ਕੱਢ ਲਵੇ ਇਹਨੂੰ ਔਰ ਦੂਸਰਾ ਜਣਾ 12 ਦੀ 10 ਕੱਢ ਕੇ ਰੱਖੇ। ਜ਼ਕਰਿਆ ਨਬੀ ਦੀ ਕਿਤਾਬ ਪਹਿਲਾਂ ਤੁਸੀਂ ਪੜ੍ਹੋ ਜੀ, ਪਹਿਲਾ ਕਰੰਥੀਆਂ 15 ਦੀ 52। ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਭੇ ਛਿੰਡ ਭਰ ਵਿੱਚ ਅੱਖ ਦੀ ਚਮਕ ਵਿੱਚ ਛੇਕਣ ਲਈ ਧੁਰੀ ਫੂਕਦਿਆਂ ਸਾਰੇ ਹੋਰ ਦੇ ਹੋਰ ਹੋ ਜਾਵਾਂਗੇ। ਹਾਂਜੀ, ਇਹਦੇ 51 ਵਰਸ ਤੋਂ ਪੜ੍ਹ ਦਿਓ, ਉਪਰਲੀ ਵਰਸ। ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਰੂਪ ਧਾਰਿਆ ਹੈ, ਇਸੇ ਤਰ੍ਹਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ। ਹਾਲੇਲੂਇਆ। ਇਹ ਕਲੀਸਿਆ ਦੇ ਵਾਸਤੇ ਆ, ਦੁਲਹਨ ਦੇ ਵਾਸਤੇ ਆ। ਜਿੱਦਾਂ ਅਸੀਂ ਮਿੱਟੀ ਦਾ ਸਰੂਪ ਯਾਨੀ ਕਿ ਆਦਮ ਤੋਂ ਬਣੇ ਆ ਤੇ ਸਾਡੇ ਕੋਲ ਇਹ ਸਰੂਪ ਆ, ਉਸੇ ਤਰ੍ਹਾਂ ਅਸੀਂ ਸਵਰਗ ਵਾਲੇ ਦਾ ਸਰੂਪ ਵੀ ਧਾਰਾਂਗੇ। ਔਰ ਇਹ ਕਿੱਦਾਂ ਹੋਵੇਗਾ? ਲਿਖਿਆ, ਅੱਖ ਝਪਕਦੇ ਸਾਰ ਹੀ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ ਤੇ ਅਚਾਨਕ ਮਤਲਬ ਬਦਲਾਂ ਦੇ ਉੱਤੇ ਉਠਾਏ ਜਾਵਾਂਗੇ। ਇਹ ਸਾਰਾ ਕੁਝ ਜਿਹੜਾ ਆ ਇਹ ਛਣ ਭਰ ਦੇ ਵਿੱਚ ਪਲਕ ਝਪਕਦੇ ਸਾਰ ਹੀ ਹੁੰਦਾ ਆ, ਜਿਹੜਾ ਰੈਪਚਰ ਨੂੰ ਦਿਖਾਉਂਦਾ ਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਯਿਸੂ ਮਸੀਹ ਦਾ ਦੂਸਰਾ ਆਗਮਨ ਆ, ਜਿਹੜਾ ਇਸਰਾਇਲ ਦੇ ਵਾਸਤੇ ਹੋਣਾ ਆ, ਉਹਦੇ ਵਿੱਚ ਵੀ ਅੱਖ ਝਪਕੇ ਦੇ ਸਾਰ ਹੀ ਉਹਨਾਂ ਦੇ ਲਈ ਹੋਣਾ ਆ, ਜਾਂ ਕਿ ਉਹਨਾਂ ਦਾ ਸਿਸਟਮ ਜਿਹੜਾ ਉਹ ਵੱਖਰਾ ਆ। ਕਿ ਉਹ ਜਿੱਦਾਂ ਇਸ ਸਾਰੇ ਪੋਰਸ਼ਨ ਦੇ ਵਿੱਚ ਯਿਸੂ ਮਸੀਹ ਸਿਰਫ ਦੁਲਹਨ ਨੂੰ ਦਿਖਾਈ ਦੇਵੇਗਾ, ਬਾਕੀ ਕਿਸੇ ਨੂੰ ਨਹੀਂ ਦੇਵੇਗਾ। ਲੇਕਿਨ ਉਧਰਲੇ ਪਾਸੇ ਅਸੀਂ ਦੇਖਦੇ ਹਾਂ ਵੀ ਉਸ ਸਮੇਂ ਦੇ ਉੱਤੇ ਯਿਸੂ ਮਸੀਹ ਦੀ ਸੂਰਤ ਕਿਹੋ ਜਿਹੀ ਹੋਵੇਗੀ, ਜਦੋਂ ਆਗਮਨ ਦੇ ਵੇਲੇ ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਵਾਸਤੇ ਆਵੇਗਾ ਔਰ ਦੁਨੀਆ ਉੱਤੇ ਰਾਜ ਕਰਨ ਦੇ ਲਈ ਆਵੇਗਾ। ਹਾਂਜੀ, ਜ਼ਕਰਿਆ ਨਬੀ ਦੀ ਕਿਤਾਬ 12 ਅਧਿਆਏ, ਉਹਦੀ 10 ਵਰਸ। ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ, ਅਤੇ ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਵਿੰਨਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ। ਹਾਲੇਲੂਇਆ। ਕੀ ਕਰਨਗੇ ਜੀ ਉਹਦੇ ਵਿੱਚ? ਸੋਗ ਕਰਨਗੇ। ਅਸੀਂ ਮੈਂ ਉਰਦੂ ਦੇ ਵਿੱਚ ਵੀ ਪੜ੍ਹ ਦਵਾਂਗਾ 12 ਦੀ 10 ਵਰਸ। ਜ਼ਕਰਿਆ ਨਬੀ ਦੀ ਕਿਤਾਬ 12 ਅਧਿਆਏ, ਉਹਦੀ 10 वर्ष में पढ़ लगा उर्दू दे विच। और मैं दाऊद के घराने और यरूशलेम के बाशिंदों पर फजल और मुनाजात की रूह नाजिल करूँगा, और वो उस पर जिसको उन्होंने शेदा है नज़र करेंगे और उसके लिए मातम करेंगे जैसे कोई अपने इकलौते के लिए करता है, और उसके लिए तख्त
काम होंगे और जैसे कोई अपने पलोठे के लिए होता है। हालेलुया। ਸੋ ਇੱਥੇ ਇੱਕ ਗੱਲ ਤੇ ਕਲੀਅਰ ਹੁੰਦੀ ਵੀ ਸਾਡੇ ਲਈ ਭਲਕ ਝਪਕਦੇ ਸਾਰੀ ਆ, ਲੇਕਿਨ ਇਸਰਾਇਲ ਦੇ ਲਈ ਭਲਕ ਛਪਦੇ ਸਾਰ ਨਿਗਾ, ਬਲਕਿ ਲਿਖਿਆ ਵੀ ਉਹਨਾਂ ਦੇ ਬਾਰੇ 'ਚ ਕਿੰਨੀਆਂ ਗੱਲਾਂ ਲਿਖੀਆਂ, ਅਸੀਂ ਫਿਰ ਦੁਬਾਰਾ ਪੜ੍ਹ ਲੈਂਦੇ ਹਾਂ। ਔਰ वो उसको जिसको उन्होंने छेदा है नजर करेंगे, पहला पॉइंट, उसके लिए मातम करेंगे जैसे कोई अपने इकलौते के लिए करता है। हालेलुया। ਮਾਤਮ ਕਰਨ ਦਾ ਜਿਹੜਾ ਵੇਲਾ ਆ ਉਹਨਾਂ ਦੇ ਕੋਲ ਆ, ਦੁਲਹਨ ਨੂੰ ਮਾਤਮ ਕਰਨ ਦੀ ਕੋਈ ਜ਼ਰੂਰਤ ਨਹੀਂ, ਦੁਲਹਨ ਦੇ ਲਈ ਤੇ ਖੁਸ਼ੀ ਦਾ ਵੇਲਾ। ਦੁਲਹਨ ਦੀ ਆਖਰੀ ਉਮੀਦ ਔਰ ਧਨ ਆਸ਼ਾ, ਜਿਹੜੀ ਜੀਵਤ ਆਸ਼ਾ, ਉਹ ਇਹ ਆ ਕਿ ਦੁਲਹਨ ਨੇ ਆਪਣੇ ਦੁਲਹੇ ਦੇ ਨਾਲ ਬੱਦਲਾਂ ਦੇ ਵਿੱਚ ਮਿਲਨ ਕਰਨਾ ਆ। ਲੇਕਿਨ ਇਹਨਾਂ ਦੇ ਲਈ ਬੱਦਲਾਂ ਦੇ ਵਿੱਚ ਮਿਲਨ ਨਹੀਂ ਆ, ਬਲਕਿ ਇਹਨਾਂ ਦੇ ਲਈ ਉਹਨੇ ਇਸਰਾਇਲ ਦੇ ਵਿੱਚ, ਯਰੂਸ਼ਲਮ ਦੇ ਵਿੱਚ ਪ੍ਰਗਟ ਹੋਣਾ ਆ ਕੇ ਪਹਾੜ ਦੇ ਉੱਤੇ ਉਹਨੇ ਪੈਰ ਰੱਖਣਾ ਆ, ਪਹਾੜ ਤਹਿਸ ਨਹਿਸ ਹੋਣਾ ਆ। ਔਰ ਸਾਰੀਆਂ, ਸਿਰਫ ਇਸਰਾਇਲ ਨੇ ਨਹੀਂ ਬਲਕਿ तमाम दुनिया ਦੇ ਕੋਨੇ-ਕੋਨੇ, ਸ਼ੋਰ ਤੱਕ, ਜਿੱਥੇ ਵੀ ਦੁਨੀਆ ਹੈਗੀ ਆ, ਹਰ ਅੱਖ ਉਹਨੂੰ ਬੱਦਲਾਂ ਤੇ ਆਉਂਦਿਆਂ ਹੋਇਆਂ ਵੇਖੇਗੀ। ਸੋ ਜਦੋਂ ਹਰ ਅੱਖ ਉਹਨੂੰ ਬੱਦਲਾਂ ਤੇ ਆਉਂਦਿਆਂ ਹੋਇਆਂ ਵੇਖੇਗੀ, ਫਿਰ ਸਾਡੇ ਨਾਲ ਤੇ ਦੁਨੀਆ ਦੇ ਨਾਲ, ਸਾਡੇ ਨਾਲ ਤੇ ਇਸਰਾਇਲ ਦੇ ਨਾਲ ਉਹਦਾ ਮਿਲਨ ਜਿਹੜਾ ਆ ਟੋਟਲ ਹੀ ਵੱਖਰਾ ਪਾਇਆ ਜਾਂਦਾ ਆ। ਸੋ ਇੱਕ ਹੋਰ ਵਰਸ ਅਸੀਂ ਪੜ੍ਹ ਲੈਂਦੇ ਹਾਂ, ਮੱਤੀ ਦੀ ਅੰਜੀਲ 24 ਅਧਿਆਏ ਉਹਦੀ 30 ਵਰਸ, ਦੂਸਰੇ ਆਗਮਨ ਦੇ ਵਿਸ਼ੇ ਦੇ ਉੱਤੇ। ਮੱਤੀ ਦੀ ਅੰਜੀਲ 24 ਅਧਿਆਏ 30 ਆਇਤ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ, ਔਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ, ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਔਰ ਵੱਡੇ ਤੇਜ ਨਾਲ ਆਕਾਸ਼ ਦੇ ਬੱਦਲਾਂ ਉੱਤੋਂ ਆਉਂਦਿਆਂ ਵੇਖਣਗੀਆਂ। ਹਾਲੇਲੂਇਆ। ਅਸੀਂ ਦੂਸਰੇ ਪਾਸੇ ਦੁਲਹਨ ਦੇ ਲਈ ਕੀ ਪੜਿਆ? ਅਚਾਨਕ ਹੋਵੇਗਾ, ਪਲਕ ਝਪਕਦੇ ਸਾਰ ਅਸੀਂ ਬਦਲਾਂਗੇ। ਲੇਕਿਨ ਇੱਥੇ ਜਦੋਂ ਦੂਸਰੇ ਆਗਮਨ ਦੇ ਵਿੱਚ ਪ੍ਰਗਟ ਹੁੰਦਾ ਹੈ, ਇੱਥੇ ਕੋਈ ਇਦਾਂ ਦੀ ਪਲਕ ਝਪਕਣ ਦੀ ਗੱਲ ਨਹੀਂ, ਕੋਈ ਬਦਲਣ ਦੀ ਗੱਲ ਨਹੀਂ, ਕੋਈ ਬਦਲਾਂ ਦੇ ਉੱਤੇ ਉਠਾਏ ਜਾਣ ਦੀ ਕੋਈ ਵੀ ਐਸਾ ਵੇਰਵਾ ਨਹੀਂ ਮਿਲਦਾ। ਬਲਕਿ ਕੀ ਮਿਲਦਾ ਆ? और उस वक्त इब्ने आदम का निशान आसमान पर दिखाई देगा, और उस वक्त जमीन की सब कौमें छाती पीटेंगी। ਜਦੋਂ ਦੂਸਰੇ ਆਗਮਨ ਦੇ ਵਿੱਚ ਇਸਰਾਇਲ ਦੇ ਉੱਤੇ ਪ੍ਰਤੱਖ ਰੂਪ 'ਚ ਪ੍ਰਗਟ ਹੋਣ ਦੇ ਲਈ ਆਵੇਗਾ, ਉਦੋਂ ਸਿਰਫ ਇਸਰਾਇਲ ਹੀ ਨਹੀਂ ਦੇਖੇਗਾ, ਬਲਕਿ ਪੂਰੀ ਦੁਨੀਆ ਉਹਨੂੰ ਆਉਂਦਿਆਂ ਹੋਇਆਂ ਦੇਖੇਗੀ। ਔਰ ਕੀ ਲਿਖਿਆ? ਉਸ ਵਕਤ ਜ਼ਮੀਨ ਕੀ ਸਭ ਕੌਮੇ ਛਾਤੀ ਪੀਟੇਂਗੀ। ਜਿਹੜੇ ਅੱਜ ਕਹਿੰਦੇ ਨਾ ਉਹ ਹੈ ਕੌਣ ਆ, ਉਹ ਚੀਜ਼ ਕੀ ਆ, ਉਹ ਕਿੱਥੋਂ ਆਇਆ, ਉਹ ਤੇ ਸਾਡੇ ਦੇਸ਼ ਦਾ ਨਹੀਂ, ਉਹਨੂੰ ਤੇ ਅਸੀਂ ਜਾਣਦੇ ਨਹੀਂ, ਉਹ ਤੇ ਸਾਡੀ ਕੌਮ ਦਾ ਨਹੀਂ, ਅਸੀਂ ਉਹਨੂੰ ਕਿੱਦਾਂ ਮੰਨੀਏ? ਤੁਸੀਂ ਪਰਾਏ ਲੋਕਾਂ ਨੂੰ ਮੰਨ ਲਿਆ, ਤੁਸੀਂ ਪਰਾਏ ਲੋਕਾਂ ਦੇ ਦੇਵਤੇ ਨੂੰ ਮੰਨ ਲਿਆ। ਜਦੋਂ ਉਹ ਇਸੇ ਮਸੀਹਾ ਨੂੰ, ਜਿਹਨੂੰ ਅੱਜ ਤੁੱਛ ਕਰਕੇ ਸਮਝਿਆ ਜਾਂਦਾ, ਇਸੇ ਮਸੀਹਾ ਨੂੰ ਜਿਹਦੇ ਬਾਰੇ ਅੱਜ ਲੋਕ ਗੱਲਾਂ ਕਰਦੇ ਆ, ਉਹ ਤੇ ਸਰੀਰ ਦੇ ਉੱਤੇ ਆਪਣੇ ਆਪ ਨੂੰ ਨਹੀਂ ਬਚਾ ਸਕਿਆ, ਇੰਨੀ ਬੁਰੀ ਮੌਤ ਉਹਨਾਂ ਨੇ ਉਹਨੂੰ ਮਾਰ ਦਿੱਤਾ, ਲੇਕਿਨ ਉਹ ਕੁਛ ਵੀ ਕਰ ਨਹੀਂ ਸਕਿਆ, ਉਹਦੀ ਕੋਈ ਮਦਦ ਨਹੀਂ ਹੋ ਸਕੀ। ਜੇ ਉਹ ਖੁਦਾ ਸੀ ਤੇ ਫਿਰ ਉਹ ਸਭ ਕੁਛ ਕਰਨ ਦੀ ਕੁਦਰਤ ਰੱਖਦਾ ਸੀ, ਤੇ ਇੱਕ ਆਮ ਇਨਸਾਨਾਂ ਦੀ ਜੁਰਤ ਕਿੱਦਾਂ ਹੋਈ ਉਹਦੇ ਨਾਲ ਇਹ ਸਭ ਕੁਛ ਕਰਦੇ ਨੇ। ਤੇ ਉਸ ਸਮੇਂ ਦੇ ਉੱਤੇ ਅਸੀਂ ਦੇਖਦੇ ਹਾਂ ਉਹ ਨਜਾਤ ਦਾ ਮੁੱਲ ਤਾਰਨ ਦੇ ਵਾਸਤੇ ਆਇਆ, ਔਰ ਇੱਕ ਆਮ ਮਨੁੱਖ ਦੀ ਤਰ੍ਹਾਂ ਜੀਰੋ ਕਰਕੇ ਸਾਡੇ ਵਿੱਚ ਰਿਹਾ, ਔਰ ਆਪਣੀ ਕੁਦਰਤ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਜ਼ਾਹਰ ਕਰਦਾ ਰਿਹਾ, ਸਾਬਤ ਕਰਦਾ ਰਿਹਾ ਕਿ ਮੈਂ ਉਹੀ ਹਾਂ। ਬਾਵਜੂਦ ਇਹਦੇ ਮੁੱਲ ਤਾਰਨ ਦੇ ਲਈ ਉਹਨੇ ਆਪਣੇ ਆਪ ਨੂੰ ਸਖਣਾ ਕੀਤਾ, ਜੀਰੋ ਕੀਤਾ, ਮਨੁੱਖ ਦੀ ਸੂਰਤ 'ਚ ਆ ਕੇ ਮਨੁੱਖ ਦੇ ਲਈ ਉਹ ਕੁਰਬਾਨ ਹੋਇਆ, ਤਾਂ ਕਿ ਇਸ ਮਨੁੱਖ ਵਰਗਾ ਬਣ ਕੇ ਇਸ ਮਨੁੱਖ ਨੂੰ ਫਿਰ ਆਪਣੇ ਵਰਗਾ ਬਣਾ ਸਕੇ। ਸੋ ਸਾਰੇ ਇੰਤਜ਼ਾਮ ਨੂੰ ਅਸੀਂ ਦੇਖਦੇ ਹਾਂ, ਔਰ ਇੱਥੇ ਲਿਖਿਆ ਆ ਕਿ ਜਿਹੜੀ ਦੁਨੀਆ ਨਾ, ਜਿਹੜੀ ਅੱਜ ਉਹਦੇ ਵਜੂਦ ਨੂੰ ਮੰਨਣ ਲਈ ਤਿਆਰ ਨਹੀਂ, ਜਾਂ ਅੱਜ ਉਹਦੇ ਉੱਤੇ ਉਂਗਲੀਆਂ ਚੁੱਕਦੀ ਆ, ਜਦੋਂ ਉਹਨੂੰ ਏਡੀ ਵੱਡੀ ਕੁਦਰਤ ਦੇ ਨਾਲ ਬੱਦਲਾਂ ਦੇ ਉੱਤੇ ਆਉਂਦਿਆਂ ਦੇਖਣਗੇ, ਤੇ ਲਿਖਿਆ ਕੌਮਾਂ ਛਾਤੀ ਪਿੱਟਣਗੀਆਂ, ਕੌਮਾਂ ਰੋਣਗੀਆਂ। ਸਾਡੇ ਕੋਲ ਮੌਕਾ ਸੀ, ਸਾਡੇ ਕੋਲ ਵੇਲਾ ਸੀ, ਅਸੀਂ ਇਹਨੂੰ ਪਹਿਚਾਣ ਕਿਉਂ ਨਹੀਂ ਸਕੇ? ਅਸੀਂ ਤਾਂ ਆਪਣੇ ਹੀ ਚੱਕਰਾਂ ਦੇ ਵਿੱਚ ਪਏ ਰਹੇ ਹਾਂ। ਉਸ ਸਮੇਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਈਮਾਨ ਸੀ, ਜਿਨ੍ਹਾਂ ਨੂੰ ਰੱਬ ਕਰਕੇ ਮੰਨਦੇ ਸੀਗੇ, ਉਹਨਾਂ ਦੀਆਂ ਮੂਰਤਾਂ, ਫੋਟੋ ਫਾਟੋ ਸਭ ਕੁਝ ਚੁੱਕ ਕੇ ਬਾਹਰ ਸੁੱਟਣਗੇ। ਜਿਹੜੀਆਂ ਚੀਜ਼ਾਂ ਤੇ ਈਮਾਨ ਸੀ ਉਹਨਾਂ ਨੂੰ ਚੱਕ ਕੇ ਬਾਹਰ ਸੁੱਟਣਗੇ, ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਬਚਾ ਨਹੀਂ ਸਕਣਗੀਆਂ, ਕਿਉਂਕਿ ਉਹ ਜਿਹਨੂੰ ਇਹਨਾਂ ਨੇ ਤੁੱਛ ਜਾਣਿਆ, ਲੋਹੇ ਦੇ ਡੰਡੇ ਦੇ ਨਾਲ, ਕਲੀਸਿਆ ਦੇ ਨਾਲ ਰਾਜ ਕਰਨ ਵਾਸਤੇ ਆ ਰਿਹਾ ਆ। ਯਿਸੂ ਮਸੀਹ ਦੁਲਹਨ ਦੇ ਨਾਲ ਮਿਲ ਕੇ ਕੁੱਲ ਜਹਾਨ ਦੇ ਉੱਤੇ ਰਾਜ ਕਰੇਗਾ, ਔਰ ਲੋਕਾਂ ਨੂੰ ਜਿਨ੍ਹਾਂ ਨੇ ਕੁਨਿਆਓ ਕੀਤਾ ਆ, ਜਿਨ੍ਹਾਂ ਨੇ ਧਰਮ ਕੀਤਾ ਆ, ਯਿਸੂ ਮਸੀਹ ਕਲੀਸਿਆ ਦੇ ਦੁਆਰਾ ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦੇਵੇਗਾ। ਉਸ ਸਮੇਂ ਦੇ ਉੱਤੇ ਜਿਹੜੇ ਸ਼ਾਗਿਰਦ ਆ 12, ਉਹ ਇਸਰਾਇਲ ਦੇ 12 ਗੋਤਰਾਂ ਦਾ ਨਿਆਂ ਕਰਨਗੇ, ਔਰ ਬਾਕੀ ਜਿਹੜੇ ਸ਼ਾਗਿਰਦ ਆ ਉਹ ਸਾਰੀ ਦੁਨੀਆ ਦੇ ਨਿਆਈ ਹੋਣਗੇ। ਔਰ ਉਸ ਸਮੇਂ ਦੇ ਉੱਤੇ ਇੱਕ ਐਸਾ ਵੱਡਾ ਇਸ ਦੁਨੀਆ ਦੇ ਉੱਤੇ ਰਾਜ ਸਥਾਪਿਤ ਹੋਵੇਗਾ, ਜਿਹੜਾ ਧਰਤੀ ਉੱਤੇ ਸ਼ੁਰੂ ਤੋਂ ਲੈ ਕੇ ਅੱਜ ਤੱਕ
ਨਹੀਂ ਹੋਇਆ। ਔਰ ਉਸ ਰਾਜ ਨੂੰ ਧਰਤੀ ਉੱਤੇ ਸਥਾਪਿਤ ਕਰਨ ਦੇ ਪਿੱਛੇ ਪਰਮੇਸ਼ਵਰ ਦੀ ਜਿਹੜੀ ਯੋਜਨਾ ਇਹ ਆ ਕਿ ਕਿਸੇ ਵੀ ਇਨਸਾਨ ਨੇ ਥੋੜਾ ਬਹੁਤ ਵੀ ਜਿਹਨੇ ਪ੍ਰਭੂ ਦੇ ਲਈ ਕੁਝ ਕੀਤਾ, ਹਰੇਕ ਨੂੰ ਉਹਦਾ ਅਜਰ ਉਸ ਜਗ੍ਹਾ ਦੇ ਉੱਤੇ ਦਿੱਤਾ ਜਾਵੇਗਾ। ਸੋ ਦੇਖਦੇ हैं ਇੱਥੇ ਕਿ ਛਾਤੀ ਜਿਹੜੀਆਂ ਕੌਮਾਂ ਪਿੱਟਣਗੀਆਂ और इब्ने आदम को बड़ी कुदरत और जलाल के साथ आसमान के बादलों पर आते देखेंगी। हालेलुया। लेकिन ਉਹਦੇ ਦੂਸਰੇ ਪਾਸੇ ਅਸੀਂ ਕੀ ਪੜ੍ਹਦੇ ਹਾਂ ਵੀ ਉਹ ਅਚਾਨਕ ਹੋਵੇਗਾ, ਛਣ ਭਰ ਦੇ ਵਿੱਚ ਹੋਵੇਗਾ, ਅੱਖ ਦੀ ਪਲਕ ਝਪਕਦੇ ਸਾਰ ਹੋਵੇਗਾ। ਲੇਕਿਨ ਇਹ ਤੇ ਬੜੇ ਵਿਸਤਾਰ ਦੇ ਨਾਲ ਹੋਵੇਗਾ, ਇਹ ਬੜੀ ਤਸੱਲੀ ਦੇ ਨਾਲ ਹੋਵੇਗਾ। ਇਹਦੇ ਵਿੱਚ ਕੋਈ ਕਾਲੀ ਕੁਲੀ ਕੀਤੀ ਜਾਵੇਗੀ ਨਹੀਂ। ਔਰ ਇਹ ਨਹੀਂ ਕਿ ਇੱਕਦਮ ਹੀ ਆਕਾਸ਼ ਤੇ ਆਉਂਦੇ ਦੇਖਦੇ ਆ ਸਾਰੀ ਜ਼ਮੀਨ ਦੇ ਉੱਤੇ ਉਹਨੂੰ ਆਉਂਦਿਆਂ ਦੇਖਣਗੇ ਨਾ, ਬੜੇ ਮਜ਼ੇ ਦੇ ਨਾਲ ਆਵੇਗਾ, ਘੋੜੇ ਉੱਤੇ ਹੋ ਕੇ ਉਹ ਸਵਾਰ ਆਵੇਗਾ। ਹਾਲੇਲੂਇਆ। ਸੋ ਉਹ ਜਦੋਂ ਆਵੇਗਾ ਨਾ ਇਸ ਤਰੀਕੇ ਦੇ ਨਾਲ, ਇੱਕ ਤੇ ਸਾਡੇ ਲਈ ਆਵੇਗਾ ਬਦਲਾਂ ਦੇ ਉੱਤੇ ਤੇ ਇੱਕ ਇਹਨਾਂ ਦੇ ਲਈ ਆਵੇਗਾ। ਸੋ ਪਿਆਰਿਓ, ਜਦੋਂ ਇਹਨਾਂ ਦੇ ਲਈ ਆਵੇਗਾ ਨਾ ਤੇ ਉਦੋਂ ਬੜੇ ਇਤਮਨਾਨ ਦੇ ਨਾਲ, ਬੜੇ ਆਰਾਮ ਦੇ ਨਾਲ, ਜਿੱਦਾਂ ਅਸੀਂ ਕਿਸੇ ਚੀਜ਼ ਨੂੰ ਆਉਂਦਿਆਂ ਦੇਖਦੇ ਹਾਂ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਦੁਲਹਨ ਦੇ ਨਾਲ ਇਸ ਧਰਤੀ ਦੇ ਉੱਤੇ ਇਸਰਾਇਲ ਦੇ ਵਿੱਚ ਆਉਂਦਿਆਂ ਹੋਇਆਂ ਨੂੰ ਦੇਖਣਗੇ। ਉਹ ਸਾਰੇ ਦਾ ਸਾਰਾ ਇੰਤਜ਼ਾਮ ਜਿਹੜਾ ਹੈਗਾ ਦੂਸਰੇ ਆਗਮਨ ਦੇ ਲਈ ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਵਾਸਤੇ ਆ। ਲੇਕਿਨ ਦੁਲਹਨ ਦੇ ਲਈ ਸਾਰਾ ਕੁਝ ਅਸੀਂ ਅਲੱਗ ਦੇਖਦੇ ਹਾਂ। ਇਹਦੇ ਨਾਲ ਅਸੀਂ ਇੱਕ ਹੋਰ ਵਰਸ ਪੜ੍ਹ ਲੈਂਦੇ ਹਾਂ ਯਿਸੂ ਮਸੀਹ ਦੇ ਦੂਸਰੇ ਆਗਮਨ ਦੇ ਰਿਗਾਰਡਿੰਗ, ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਰੈਵੀਲੇਸ਼ਨ, ਮੁਕਾਸ਼ਵਾ ਉਹਦੀ 1 ਬਾਬ ਉਹਦੀ ਅਸੀਂ 7 ਆਇਤ ਨੂੰ ਪੜਾਂਗੇ। ਮੁਕਾਸ਼ਵਾ 1 ਬਾਬ ਉਹਦੀ 7 ਆਇਤ। ਵੇਖੋ ਉਹ ਬਦਲਾਂ ਦੇ ਨਾਲ ਆਉਂਦਾ ਹੈ, ਹਾਲੇਲੂਇਆ। ਅਤੇ ਹਰ ਇੱਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਨੇ ਉਸ ਨੂੰ ਵਿੰਨਿਆ ਸੀ ਉਹ ਵੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ उस लिए पिटनगियां। हालेलुया। देखो वो बादलों के साथ आने वाला है और हर एक आंख उसे देखेगी। इत्थे लिखिया वो बादलों के नाल आने वाला है ते हर अख उन्हें देखेगी। लेकिन जदों असीं रैप्चर दे उत्ते गौर करते हैं उदों कोई अख उन्हें देखेगी नहीं। सो सवाल है उन्हां लोकां दे नाल जिहड़े पहली गल ते रैप्चर दा विरोध करदे आ, उन्हां दे अगे सवाल आ कि रैप्चर दे सारे रैफरेंस नाल असीं दे रहे हैं। ਇੱਥੇ ਲਿਖਿਆ ਸਾਰੀਆਂ ਅੱਖਾਂ ਉਹਨੂੰ ਦੇਖਣਗੀਆਂ, ਲੋਕ ਦੇਖਣਗੇ ਉਹਨੂੰ, ਸਾਫ਼ ਕਰਕੇ ਲਿਖਿਆ वो बादलों के साथ आने वाला है और हर एक आंख उसे देखेगी और जिन्होंने उसे छेदा था वो भी देखेंगे। पहली गल ते सारी दुनिया देखेगी, दूसरा जिन्हां ने ਉਹਨੂੰ सलीब दिता सी वो भी देखणगे और जमीन पर के सब कबीले उसके सबब से छाती पीटेंगे। दुनिया के सारे कबीले यानी कि हर एक कौम भाग्या, कोई भी ऐसा इंसान नहीं होवेगा ਜਿਹੜਾ अपनी छाती नहीं पिटेगा, अफसोस नहीं करेगा। और अफसोस यही होवेगा कि ਸਾਡੇ ਕੋਲ ਇਸ ਨਾਮ ਦੀ ਮਨਾਦੀ ਪਹੁੰਚੀ ਸੀ, ਇਹ ਪ੍ਰਚਾਰ ਸਾਡੇ ਕੋਲ ਪਹੁੰਚਿਆ ਸੀ, ਇਹ ਮੌਕਾ ਸਾਡੇ ਕੋਲ ਸੀ, ਪਰ ਅਸੀਂ ਇਸ ਮੌਕੇ ਨੂੰ ਗਵਾਇਆ, ਅਸੀਂ ਉਸ ਮੌਕੇ ਦੀ ਕਦਰ ਨਹੀਂ ਕੀਤੀ। ਸੋ ਇੱਥੇ ਅਸੀਂ 3 ਰੈਫਰੈਂਸ ਦੇਖ ਲਏ ਆ ਉਹਦੇ ਪ੍ਰਤੱਖ ਹੋ ਕੇ ਆਉਣ ਦੇ। ਦੂਜੇ ਪਾਸੇ ਅਸੀਂ ਰੈਫਰੈਂਸ ਦੇਖਿਆ ਆ ਉਹਦੇ ਗੁਪਤ ਰੂਪ ਦੇ ਵਿੱਚ ਆਉਣ ਦੇ ਲਈ। ਪਹਿਲਾ ਕੁਰਿੰਥੀਆਂ 15 ਦੀ 52 ਆਇਤ। ਸੋ ਹੁਣ ਅਸੀਂ ਦੇਖਦੇ ਹਾਂ ਪਹਿਲਾ ਯਹੋਨਾ ਉਹਦਾ 3 ਅਧਿਆਏ ਉਹਦੀ 2 ਵਰਸ। ਇਹ ਵਰਸ ਜਿਹੜੀ ਆ ਰੈਪਚਰ ਦੇ ਨਾਲ ਸੰਬੰਧਿਤ ਆ, ਨਾ ਕਿ ਦੂਸਰੇ ਆਗਮਨ ਦੇ ਨਾਲ। ਪਹਿਲਾ ਯਹੋਨਾ ਦਾ ਖੱਤ ਉਹਦੀ 3 ਅਧਿਆਏ ਉਹਦੀ 2 ਆਇਤ ਪੜ੍ਹੀਏ ਜੀ ਪੰਜਾਬੀ ਦੇ। 2 ਆਇਤ। ਹਾਂਜੀ 3 ਦੀ 2। ਪਹਿਲਾ ਯਹੋਨਾ 3 ਦੀ 2 ਇਹ ਪਿਆਰਿਓ, ਅਸੀਂ ਹੁਣ ਪਰਮੇਸ਼ਵਰ ਦੇ ਬਾਲਕ ਹਾਂ। ਹਾਂਜੀ। ਅਤੇ ਅਜੇ ਇਹ ਪ੍ਰਗਟ ਨਹੀਂ ਹੋਇਆ ਵੀ ਅਸੀਂ ਕੀ ਕੁਝ ਹੋਵਾਂਗੇ। ਹਾਲੇਲੂਇਆ। ਅਜੇ ਤੇ ਜ਼ਮੀਨੀ ਗੱਲ ਕਰ ਰਿਹਾ, ਕਹਿੰਦਾ ਹੇ ਪਿਆਰਿਓ ਅਸੀਂ ਪਰਮੇਸ਼ਵਰ ਦੇ ਕੀ ਆ, ਬਾਲਕ ਆ। ਮੈਂ ਉਰਦੂ ਵਿੱਚ ਪੜ੍ਹ ਦਿੰਦਾ, ਕਹਿੰਦਾ ਅਜੀਜ਼ੋ हम इस वक्त खुदा के फरजंद हैं और अभी तक ये ज़ाहिर नहीं हुआ कि हम क्या कुछ होंगे। हाँ जी, अगे पंजाबी पढ़ दीजिए जी। ਅਸੀਂ ਇਹ ਜਾਣਦੇ ਹਾਂ ਵੀ ਜਦੋਂ ਪ੍ਰਗਟ ਹੋਵੇਗਾ ਤਾਂ ਅਸੀਂ ਉਹਦੇ ਵਰਗੇ ਹੋਵਾਂਗੇ। ਹਾਲੇਲੂਇਆ। ਦੁਲਹਨ ਦੇ ਲਈ ਲਿਖਿਆ ਗਿਆ ਆ, ਦੁਲਹਨ ਜਿਹੜੀ ਉਹਦੇ ਇੰਤਜ਼ਾਰ ਕਰ ਰਹੀ ਹੈ, ਦੁਲਹਨ ਜਿਹੜੀ ਉਸ ਜੀਵਤ ਆਸ਼ਾ ਦੇ ਵਿੱਚ ਬੈਠੀ ਹੈ, ਦੁਲਹਨ ਜਿਹਦੇ ਅੱਗੇ ਉਹ ਜੀਵਤ ਆਸ਼ਾ ਆ, ਉਹਦੇ ਵਾਸਤੇ ਰੈਪਚਰ ਦੇ ਸੰਬੰਧ ਦੇ ਵਿੱਚ ਇਹ ਗੱਲ ਲਿਖੀ ਗਈ ਆ ਕਿ ਹੇ ਪਿਆਰਿਓ ਅਜੇ ਇਹ ਖੁੱਲ ਕੇ ਪੂਰੀ ਤਰ੍ਹਾਂ ਪ੍ਰਗਟ ਨਹੀਂ ਹੋਇਆ ਵੀ ਅਸੀਂ ਕੀ ਕੁਝ ਹੋਵਾਂਗੇ। ਇੱਕ ਗੱਲ ਤੇ ਹੈਗੀ ਆ ਵੀ ਅਸੀਂ ਉਹਦੇ ਫਰਜ਼ੰਦ ਠਹਿਰਾਏ ਗਏ ਆ, ਉਹਦੇ ਪੁੱਤਰ ਠਹਿਰਾਏ ਗਏ ਆ। ਵਿਸ਼ਵਾਸ ਲਿਆਉਣ ਦੇ ਨਾਲ ਲਿਖਿਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਉਹਨੇ ਆਪਣੇ ਪੁੱਤਰ ਹੋਣ ਦਾ ਹੱਕ ਦਿੱਤਾ ਆ। ਇਹ ਤੇ ਸਾਨੂੰ ਹੱਕ ਮਿਲ ਗਿਆ ਆ, ਇਹ ਤੇ ਜ਼ਾਹਰ ਹੋ ਗਿਆ। ਪਰ ਕਹਿੰਦਾ ਅਜੇ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਜ਼ਾਹਰ ਹੋਣੀਆਂ, ਅਜੇ ਬਹੁਤ ਸਾਰਾ ਜਲਾਲ ਆ ਜਿਹੜਾ ਉਹਨੇ ਇਸ ਦੁਲਹਨ ਨੂੰ ਦੇਣਾ ਆ। ਇਹ ਬਹੁਤ ਸਾਰੇ ਮਹਿਮਾ ਜਿਹੜੀ ਦੁਲਹਨ ਨੂੰ ਮਿਲਣ ਵਾਲੀ ਆ, ਔਰ ਉਸ ਮਹਿਮਾ ਨੂੰ ਜਿਹੜੀ ਦੁਲਹਨ ਨੂੰ ਮਿਲਣ ਵਾਲੀ ਆ ਉਹਦੀ ਤੁਲਨਾ ਜਿਹੜਾ ਆ ਖੁਦਾ ਦਾ ਦਾਸ
ਪੂਰੀ ਦੀ ਪੂਰੀ ਦੁਲਹਨ ਦੀ ਤੁਲਨਾ ਜਿਹੜੀ ਆ ਉਹ ਪੂਰੀ ਦੀ ਪੂਰੀ 100% ਯਿਸੂ ਮਸੀਹ ਦੇ ਨਾਲ ਹੀ ਕੀਤੀ ਜਾ ਰਹੀ ਹੈ। ਜੈਸਾ ਯਿਸੂ ਮਸੀਹ ਦਾ ਜਲਾਲ ਆ ਵੈਸਾ ਹੀ ਦੁਲਹਨ ਦਾ ਜਲਾਲ ਹੋਵੇਗਾ। ਜੈਸੀ ਯਿਸੂ ਮਸੀਹ ਦੀ ਮਹਿਮਾ ਆ ਵੈਸੀ ਹੀ ਦੁਲਹਨ ਦੀ ਮਹਿਮਾ ਹੋਵੇਗੀ। ਜੋ ਰੁਤਬਾ ਖੁਦਾ ਵੱਲੋਂ ਮਸੀਹ ਯਿਸੂ ਦੇ ਰੂਪ 'ਚ ਯਿਸੂ ਮਸੀਹ ਨੂੰ ਮਿਲਿਆ ਆ ਉਹ ਸਾਰੇ ਦਾ ਸਾਰਾ ਟੋਟਲ ਰੁਤਬਾ ਜਿਹੜਾ ਆ ਉਹ ਦੁਲਹਨ ਨੂੰ ਮਿਲੇਗਾ। ਹਾਲੇਲੂਇਆ। ਸਾਡੇ ਨਾਲ ਪਾਸਟਰ ਮਦਨ ਜੀ ਲੁਧਿਆਣੇ ਤੋਂ ਜੁੜੇ ਆ। ਖੁਦਾ ਉਹਨਾਂ ਨੂੰ ਬਹੁਤ ਆਸ਼ੀਸ਼ ਦੇਵੇ। ਪਾਸਟਰ ਜੀ ਦੁਆ 'ਚ ਯਾਦ ਰੱਖਣਾ ਇਸ ਵਿਸ਼ੇ ਨੂੰ ਅਸੀਂ ਪੂਰੀ ਸੰਜੀਦਗੀ ਦੇ ਨਾਲ ਪ੍ਰਭੂ ਦੀ ਡਰ 'ਚ ਰਹਿੰਦੇ ਹੋਏ ਲੋਕਾਂ ਤੱਕ ਪਹੁੰਚਾ ਸਕੀਏ ਔਰ ਕੋਈ ਵੀ ਐਸੀ ਗੱਲ ਰਹਿ ਨਾ ਜਾਵੇ ਜਿਸ ਤੋਂ ਕੋਈ ਧੋਖਾ ਖਾ ਸਕੇ। ਹਾਲੇਲੂਇਆ। ਸੋ ਵੱਧਦੇ ਹਾਂ ਅੱਗੇ ਕਿ उर्दू में लिखा इतना जानते हैं कि जब वह जाहिर होगा तो हम भी उसकी मानिंद होंगे क्योंकि उसको वैसा ही देखेंगे जैसा वो है। हालेलुया। ਅਸੀਂ ਉਹਦੇ ਬਿਲਕੁਲ ਉਹਦੇ ਵਰਗੇ ਹੋਵਾਂਗੇ। ਕੋਈ ਯਿਸੂ ਮਸੀਹ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਬਾਗੇ ਅਦਨ ਦੇ ਆਦਮ ਦੇ ਉੱਤੇ ਸ਼ੈਤਾਨ ਜਿਹੜਾ ਦੋਸ਼ ਲਾਉਂਦਾ ਸੀ ਇਸ ਜਗ੍ਹਾ ਤੇ ਆ ਕੇ ਉਹ ਦੋਸ਼ ਵੀ ਵਿੱਚੋਂ ਨਿਕਲ ਜਾਵੇਗਾ। ਜਿਹੜਾ ਦੋਸ਼ ਉਹਨੇ ਲਾਇਆ ਸੀ ਔਰ ਜਿਹੜਾ ਦੋਸ਼ ਉਹਨੇ ਜਾ ਕੇ ਹਵਾ ਉਹਨਾਂ ਨੂੰ ਵੀ ਦੱਸਿਆ ਕਿ ਨਹੀਂ ਤੁਸੀਂ ਭੁਲੇਖੇ ਦੇ ਵਿੱਚ ਹੋ, ਖੁਦਾ ਤੁਹਾਡੇ ਨਾਲ ਝੂਠ ਬੋਲਦਾ ਆ, ਅਜੇ ਤੁਸੀਂ ਖੁਦਾ ਵਰਗੇ ਨਹੀਂ ਆ। ਅਗਰ ਤੁਸੀਂ ਭਲੇ ਤੇ ਬੁਰੇ ਦੇ ਵ੍ਰਿਕਸ਼ ਤੋਂ ਖਾ ਲੋਗੇ ਤੇ ਫਿਰ ਤੁਸੀਂ ਖੁਦਾ ਵਰਗੇ ਹੋ ਜਾਓਗੇ। ਔਰ ਉਹਨਾਂ ਨੂੰ ਖੁਦਾ ਦੇ ਪ੍ਰਤੀ ਵੀ ਸ਼ੱਕ ਹੋਇਆ ਕਿ ਸ਼ਾਇਦ ਕੋਈ ਐਸੀ ਗੱਲ ਹੈਗੀ ਹੈ ਜਿਹੜੀ ਅਜੇ ਪ੍ਰਗਟ ਹੋਣ ਵਾਲੀ, ਸ਼ਾਇਦ ਕੋਈ ਐਸੀ ਅੱਖ ਹੈਗੀ ਹੈ ਜਿਹੜੀ ਖੁੱਲਣ ਵਾਲੀ ਹੈਗੀ ਆ। ਔਰ ਉਹਨਾਂ ਨੇ ਉਹਦੇ ਮਗਰ ਲੱਗ ਕੇ ਔਰ ਇਹ ਗੱਲ ਸਿਰਫ ਉਹ ਹਵਾ ਦੇ ਨਾਲ ਨਹੀਂ ਕਰਦਾ ਬਲਕਿ ਪਰਮੇਸ਼ਵਰ ਦੇ ਨਾਲ ਵੀ ਕਰਦਾ ਆ ਕਿ ਤੂੰ ਕਹਿਣਾ ਤੇ ਹੈਗਾ ਤੂੰ ਆਪਣੀ ਲਾਈਕਨੈਸ ਤੇ ਇਮੇਜ ਦੇ ਉੱਤੇ ਇਹਨੂੰ ਬਣਾਇਆ ਪਰ ਹੈ ਨਹੀਂ ਆ। ਸੋ ਉਹ ਫਰਕ ਨੂੰ ਹੁਣ ਇਸ ਜਗ੍ਹਾ ਦੇ ਉੱਤੇ ਅਸੀਂ ਦੁਲਹਨ ਦੇ ਆਪਣੇ ਉਸ ਸਮਰਪਣ ਨੂੰ ਜਿਹੜਾ ਉਹਨੇ ਕੀਤਾ ਆ ਉਹਦੇ ਵਿੱਚ ਇਹਨੂੰ ਪੂਰਾ ਹੁੰਦਿਆਂ ਹੋਇਆ ਦੇਖਦੇ ਆ। ਉਸ ਵਕਤ ਸ੍ਰਿਸ਼ਟੀਕਰਤਾ ਨੇ ਇਹਨੂੰ ਬਣਾਇਆ ਆ ਲੇਕਿਨ ਹੁਣ ਸ੍ਰਿਸ਼ਟੀਕਰਤਾ ਨੇ ਆਪਣੇ ਘਰ ਦੇ ਵਿੱਚ ਇਹਨੂੰ ਨਵਾਂ ਜਨਮ ਲੈਣ ਦਾ ਮੌਕਾ ਦਿੱਤਾ ਔਰ ਆਪਣੀ ਕਮਾਂਡ ਦੇ ਅੱਗੇ ਰੱਖ ਕੇ ਦੁਲਹਨ ਹੁਣ ਆਪ ਆਪਣੇ ਦੁਲਹੇ ਦੇ ਲਈ ਤਿਆਰ ਹੋਣ ਦੇ ਵਾਸਤੇ ਆ। ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਜਿੱਦਾਂ ਲਿਖਿਆ ਹੈ ਪ੍ਰਕਾਸ਼ਿਤ ਵਾਕਿਆ ਵਿੱਚ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਆ। ਸੋ ਹੁਣ ਇਹ ਬਿਲਕੁਲ ਸਾਖਸ਼ਾਤ ਆਪਣੇ ਸ੍ਰਿਸ਼ਟੀਕਰਤਾ ਦੇ ਸਵਰੂਪ ਦੇ ਉੱਤੇ ਬਣ ਕੇ ਆਈ ਆ, ਪੇਸ਼ ਹੋਈ ਆ। ਹੁਣ ਸ਼ੈਤਾਨ ਇਹ ਨਹੀਂ ਕਹਿ ਸਕਦਾ ਕਿ ਤੂੰ ਕਰਤਾ ਆ ਤੇ ਇਹ ਤੇਰੀ ਕਿਰਤ ਆ, ਤੂੰ ਰਚਨਾ ਕਰਨ ਵਾਲਾ ਆ ਤੇ ਇਹ ਤੇਰੀ ਰਚਨਾ ਆ। ਹੁਣ ਸ਼ੈਤਾਨ ਇਹ ਦੋਸ਼ ਨਹੀਂ ਲਾ ਸਕਦਾ ਕਿ ਤੂੰ ਕ੍ਰੀਏਟਰ ਆ ਤੇ ਇਹ ਤੇਰੀ ਕ੍ਰੀਏਸ਼ਨ ਆ, ਬਲਕਿ ਕ੍ਰੀਏਸ਼ਨ ਨੇ ਹੁਣ ਆਪਣੇ ਆਪ ਨੂੰ ਕ੍ਰੀਏਟਰ ਦੇ ਬਰਾਬਰ ਕੀਤਾ ਉਹਦੀ ਕਿਰਪਾ ਦੇ ਵਿੱਚ ਰਹਿ ਕੇ। ਹੁਣ ਕ੍ਰੀਏਟਰ ਨੇ ਨਹੀਂ ਬਣਾਇਆ ਬਲਕਿ ਕ੍ਰੀਏਸ਼ਨ ਨੇ ਉਹਦੇ ਫਜ਼ਲ 'ਚ ਰਹਿ ਕੇ ਉਹਦੇ ਅਨੁਗ੍ਰਹਿ 'ਚ ਰਹਿ ਕੇ ਉਹਦੇ ਹੁਕਮਾਂ ਨੂੰ ਪੂਰੇ ਕਰਦੇ ਹੋਏ ਆਪਣੇ ਆਪ ਨੂੰ ਉਹਦੇ ਮਾਨਿਦ ਕੀਤਾ ਆ। ਸੋ ਉਸ ਵਕਤ ਜਦੋਂ ਪਰਮੇਸ਼ਵਰ ਨੇ ਉਹਦੀਆਂ ਨਾਸਾਂ ਦੇ ਵਿੱਚ ਸਾਹ ਫੂਕਿਆ ਤੇ ਪਰਮੇਸ਼ਵਰ ਦੀ ਲਾਈਕਨੈਸ ਤੇ ਇਮੇਜ ਜਿਹੜੀ ਆ ਉਹਦਾ ਰੂਪ ਤੇ ਸਰੂਪ ਜਿਹੜਾ ਅਸੀਂ ਸਾਰਾ ਕੁਝ ਉੱਥੇ ਦੇਖਦੇ ਹਾਂ। 5 ਚੀਜ਼ਾਂ ਆਦਮ ਦੇ ਵਿੱਚ ਦੇਖਦੇ ਹਾਂ। ਲੇਕਿਨ ਹੁਣ ਜਦੋਂ ਇਹ ਨਵਾਂ ਜਨਮ ਪਾ ਕੇ ਆਪਣੇ ਸ੍ਰਿਸ਼ਟੀਕਰਤਾ ਦੇ ਸਰੂਪ ਤੇ ਬਣਦਾ ਆ ਤੇ ਹੁਣ ਉਸ ਤੋਂ ਅਲੱਗ ਚੀਜ਼ ਇਹਦੇ ਵਿੱਚ ਪਾਈ ਜਾਂਦੀ ਹੈ। ਸੋ ਪਿਆਰਿਓ ਇਹ ਨਵਾਂ ਜਨਮਿਆ ਹੋਇਆ ਆਪਣੇ ਸ੍ਰਿਸ਼ਟੀਕਰਤਾ ਦੇ ਸਰੂਪ ਦੇ ਉੱਤੇ ਬਣਦਾ ਆ ਔਰ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ ਔਰ ਉਸ ਚੀਜ਼ ਨੂੰ ਕਲੀਸਿਆ ਦੇ ਵਿੱਚ ਸਾਬਤ ਕਰਨ ਦੇ ਲਈ ਖੁਦਾ ਦਾ ਦਾਸ ਲਿਖਦਾ ਆ ਜਦੋਂ ਉਹ ਪ੍ਰਗਟ ਹੋਵੇਗਾ ਜਿੱਦਾਂ ਦਾ ਉਹ ਆ ਉਦਾਂ ਦੇ ਬਿਲਕੁਲ ਅਸੀਂ ਵੀ ਹੋਵਾਂਗੇ। ਹਾਲੇਲੂਇਆ। ਸੋ ਇਹ ਚੀਜ਼ ਜਿਹੜੀ ਆ ਇਹ ਸਾਨੂੰ ਉਸ ਆਗਮਨ ਦੇ ਪ੍ਰਤੀ ਦੁਲਹਨ ਦੇ ਲਈ ਇਸ਼ਾਰਾ ਕਰਦੀ ਆ। ਇਹ ਦੁਲਹਨ ਦੇ ਲਈ ਲਿਖੀ ਗਈ ਆ ਨਾ ਕਿ ਇਸਰਾਇਲ ਦੇ ਵਾਸਤੇ ਲਿਖੀ ਗਈ ਆ। ਔਰ ਇੱਕ ਵਰਸੇ ਦੇ ਨਾਲ ਅਸੀਂ ਹੋਰ ਰੈਫਰੈਂਸ ਦੇਖਾਂਗੇ ਉਹ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ। ਸੇਮ ਜਿਹੜਾ ਰੈਫਰੈਂਸ ਆ ਫਿਰ ਦੁਬਾਰਾ ਦੁਹਰਾਉਂਦਾ ਖੁਦਾ ਦਾ ਦਾਸ 15:52 ਦੇ ਵਿੱਚ। ਲੇਕਿਨ ਇਹਦੇ ਉਲਟ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਕਾਸ਼ਿਤ ਵਾਕਿਆ 1:7 ਦੇ ਵਿੱਚ ਅਸੀਂ ਪਹਿਲਾਂ ਵੀ ਪੜ੍ਹਿਆ ਹੈ ਉਸੇ ਕੇਵਲ ਮਸੀਹੀ ਲੋਕ ਦੇਖेंगे। ਇਹਦੇ ਵਿੱਚ ਜਿਹੜਾ ਅਸੀਂ 3 ਅਧਿਆਇ ਦੀ 2 ਤੇ 3 ਵਰਸ ਨੂੰ ਪੜ੍ਹਿਆ ਇਹਦੇ ਵਿੱਚ ਸਿਰਫ ਔਰ ਸਿਰਫ ਮਸੀਹੀ ਲੋਕ ਦੇਖਣਗੇ। ਲੇਕਿਨ 1:7 ਦੇ ਵਿੱਚ ਦੇਖਿਆ ਕਿ ਪੂਰੀ ਦੁਨੀਆ ਹਰ ਕਬੀਲਾ ਪੂਰਾ ਜਹਾਨ ਉਹਨੂੰ ਦੇਖੇਗਾ ਤੇ ਛਾਤੀ ਪਿੱਟੇਗਾ। ਔਰ ਛਾਤੀ ਪਿੱਟਣ ਦਾ ਵੇਲਾ ਦੁਲਹਨ ਕਾਹਦੇ ਲਈ ਛਾਤੀ ਪਿੱਟੇਗੀ? ਦੁਲਹਨ ਤੇ ਉਹਦੇ ਬਾਰੇ ਤੇ ਲਿਖਿਆ ਉਹ ਜਦੋਂ ਆਵੇਗਾ ਨਾ ਜਿੱਦਾਂ ਦਾ ਉਹ ਆ ਉਦਾਂ ਦੀ ਦੁਲਹਨ ਹੋਵੇਗੀ। ਜਿਹਦੇ ਵਿੱਚ ਕਮੀ ਹੋਵੇਗੀ, ਜਿਹਨੇ ਉਹਨੂੰ ਪਹਿਚਾਣਿਆ ਨਾ ਹੋਵੇਗਾ, ਜਿਹਨੇ ਉਹਨੂੰ ਜਾਣਿਆ ਨਾ ਹੋਵੇਗਾ, ਜਿਹੜਾ ਉਹਦੇ ਰਾਹ ਤੇ ਚੱਲਿਆ ਨਾ ਹੋਵੇਗਾ ਉਹ ਤੇ ਛਾਤੀ ਪਿੱਟੇ। ਮਿਸਾਲ ਦੇ ਤੌਰ ਦੇ ਉੱਤੇ ਸਪੋਜ਼ ਕਰੋ ਵੀ ਕੋਈ ਆਫੀਸਰ ਆ ਆਪਣੇ ਲੋਕਾਂ ਨੂੰ ਉਹਨੇ ਦੱਸਿਆ ਹੋਇਆ ਆਪਣੇ ਕਾਇਦੇ ਕਾਨੂੰਨ ਦੱਸੇ ਹੋਏ ਆ ਤੇ ਜਦੋਂ ਉਹ ਆਫੀਸਰ ਆਵੇ ਤੇ ਉਹ ਆਪਣੀ ਸੈਨਾ ਨੂੰ ਉਸੇ ਕਾਇਦੇ ਕਾਨੂੰਨ ਦੇ ਵਿੱਚ ਦੇਖੇ ਤੇ ਸੈਨਾ ਨੂੰ ਘਬਰਾਉਣ ਦੀ ਜ਼ਰੂਰਤ ਹੈਗੀ? ਜਿਹੜੇ ਪ੍ਰਬੰਧ ਵਿੱਚ ਖੜੇ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈਗੀ? ਜਿਹਨਾਂ ਦੀ ਵਰਦੀਆਂ ਸਾਫ਼ ਹੈ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈਗੀ? ਜਿਹਨਾਂ ਨੇ ਪੂਰੇ ਅਸਤਰ ਸ਼ਸਤਰ ਪਹਿਨੇ ਹੋਏ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈਗੀ? ਉਹ ਤੇ ਮਾਣ ਦੇ ਨਾਲ ਫਖਰ ਦੇ ਨਾਲ ਖੜੇ ਹੋਣਗੇ। ਛਾਤੀਆਂ ਕੌਣ ਪਿੱਟਣਗੇ?
ਜਿਹੜੇ ਉਸ ਟਾਈਮ ਦੇ ਉੱਤੇ ਤਿਆਰ ਨਹੀਂ ਹੋਣਗੇ। ਇਹਦਾ ਮਤਲਬ ਤਿਆਰ ਹੋਇਆਂ ਦੇ ਵਾਸਤੇ ਤੇ ਵਚਨ ਹੀ ਅਲੱਗ ਆ, ਲੇਕਿਨ ਜਿਹੜੇ ਤਿਆਰ ਨਹੀਂ ਆ ਉਹਨਾਂ ਲਈ ਵਚਨ ਅਲੱਗ ਆ। ਔਰ ਵਚਨ ਦੇ ਮੁਤਾਬਕ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਦੇ ਰੈਪਚਰ ਦੇ ਸਮੇਂ ਦੇ ਵਿੱਚ ਇਸਰਾਇਲ ਤਿਆਰ ਨਹੀਂ ਆ। ਇਸਰਾਇਲ ਦੇ ਪ੍ਰਤੱਖ ਹੋ ਕੇ ਆਪਣੇ ਰਾਜੇ ਦੀ ਆਉਣ ਦੀ ਇੰਤਜ਼ਾਰ ਦੇ ਵਿੱਚ ਆ, ਜਿਹੜਾ ਪ੍ਰਗਟ ਹੋਵੇ ਦੌਦ ਵਾਂਗੂ, ਜਿਹਨੂੰ ਉਹ ਦੇਖ ਸਕਣ। ਦੌਦ ਦੇ ਤਖਤ ਤੇ ਬਹਿ ਕੇ ਜਿਹੜਾ ਇਸਰਾਇਲ ਦੀਆਂ ਹੱਦਾਂ ਨੂੰ ਵਧਾ ਸਕੇ, ਉਹ ਤੇ ਉਹਦੇ ਇੰਤਜ਼ਾਰ ਦੇ ਵਿੱਚ ਆ, ਲੇਕਿਨ ਦੁਲਹਨ ਦਾ ਇੰਤਜ਼ਾਰ ਹੀ ਵੱਖਰਾ ਆ। ਹਾਲੇਲੂਇਆ। ਸੋ ਇਹਦੇ ਨਾਲ ਨਾਲ ਅਸੀਂ ਦੇਖਦੇ ਹਾਂ, ਇੱਕ ਹੋਰ ਵਰਸ ਪੜ੍ਹਦੇ ਹਾਂ ਕਿ ਪਹਿਲਾ ਥੈਸਲੋਨੀਕੇ 4:16 ਵਰਸ ਨੂੰ ਅਸੀਂ ਫਿਰ ਦੇਖਦੇ ਹਾਂ ਤਸੱਲੀ ਦੇ ਨਾਲ, ਤਾਂ ਕਿ ਅਸੀਂ ਇਹਨੂੰ ਸਮਝ ਸਕੀਏ ਕਿ ਯਿਸੂ ਮਸੀਹ ਜਿਹੜਾ ਆ ਉਹ ਦੁਲਹਨ ਦੇ ਲਈ ਲਲਕਾਰ ਦੇ ਨਾਲ ਆਉਂਦਾ ਆ। ਪੜਾਂਗੇ ਅਸੀਂ ਪਹਿਲਾ ਥੈਸਲੋਨੀਕੇ 4:16। ਪਹਿਲਾ ਥੈਸਲੋਨੀਕੇ ਦਾ ਖੱਤ ਸੰਤ ਪੌਲੁਸ ਦਾ ਲਿਖਿਆ ਆ 16 ਜੀ। ਹਾਂਜੀ 4:16। ਇਸ ਲਈ ਜੋ ਪ੍ਰਭੂ ਆਪਣੇ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰੀ ਨਾਲ ਸੁਰਗ ਤੋਂ ਉਤਰੇਗਾ। ਹਾਲੇਲੂਇਆ। ਹਾਂਜੀ। ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਇਹ ਪਹਿਲਾਂ ਜੀ ਉਠਣਗੇ। ਜੀ। ਜਦ ਅਸੀਂ ਜੂੰਦੇ ਹਾਂ ਅਤੇ ਬਾਕੀ ਰਹਿੰਦੇ ਹਾਂ, ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਹਾਲੇਲੂਇਆ। ਹੁਣ ਅਸੀਂ ਉੱਥੇ ਦੂਸਰੇ ਪਾਸੇ ਪੜਿਆ ਆ, ਰੈਫਰੈਂਸ ਦੇਖਿਆ ਅਸੀਂ ਪ੍ਰਕਾਸ਼ਿਤ ਵਾਕਿਆ 1:7 ਦੇ ਵਿੱਚ, ਔਰ ਜ਼ਕਰਿਆ ਦੇ ਵਿੱਚ ਵੀ ਅਸੀਂ ਦੇਖ ਲਿਆ, ਉਹਦੇ 12:10 ਦੇ ਵਿੱਚ, ਔਰ ਮੱਤੀ ਦੇ ਵਿੱਚ ਵੀ 24:30 ਦੇ ਵਿੱਚ ਅਸੀਂ ਇਸ ਰੈਫਰੈਂਸ ਨੂੰ ਦੇਖਿਆ ਆ ਕਿ ਉਸ ਸਮੇਂ ਜਦੋਂ ਯਿਸੂ ਮਸੀਹ ਆਉਂਦਾ ਆ, ਉਸ ਸਮੇਂ ਐਸਾ ਕੋਈ ਗੱਲ ਵੀ ਨਹੀਂ ਆ ਕਿ ਜਿਹੜੇ ਉਹਨੂੰ ਦੇਖਦੇ ਪਏ ਆ ਉਹ ਅਚਾਨਕ ਬਦਲ ਗਏ ਆ, ਜਾਂ ਉਸ ਸਮੇਂ ਐਸਾ ਕੋਈ ਪ੍ਰਤੀਤ ਨਹੀਂ ਹੁੰਦਾ ਵੀ ਜਿਹੜੇ ਪਹਿਲਾਂ ਸੌਂ ਚੁੱਕੇ ਆ ਉਹ ਜਾਗ ਗਏ ਆ। ਉੱਥੇ ਐਸਾ ਕੋਈ ਪ੍ਰਤੀਤ ਨਹੀਂ ਹੁੰਦਾ ਕਿ ਉਹ ਲੋਕ ਜਦੋਂ ਉਹਨੂੰ ਦੇਖਦੇ ਆ ਤੇ ਉਹ ਵੀ ਲੋਕ ਬੱਦਲਾਂ ਦੇ ਵਿੱਚ ਉਹਨੂੰ ਮਿਲਣ ਦੇ ਲਈ ਉਠਾਏ ਜਾਂਦੇ ਆ। ਐਸਾ ਕੋਈ ਵੀ ਰੈਫਰੈਂਸ ਸਾਨੂੰ ਉੱਥੇ ਸਾਹਮਣੇ ਆਉਂਦਾ ਨਹੀਂ ਹੈ। ਸਾਫ਼-ਸਾਫ਼ ਲਿਖਿਆ, ਇਹਦੇ ਵਿੱਚ ਕਿਸੇ ਨੂੰ ਸਮਝਾਉਣ ਦੀ ਜਾਂ ਕੋਈ ਐਸਾ ਪ੍ਰਕਾਸ਼ਨ ਨਹੀਂ ਹੈ ਜਿਹੜਾ ਡੀਪਲੀ ਹੋਵੇ ਜਿਹਨੂੰ ਅਸੀਂ ਸਮਝ ਨਾ ਸਕੀਏ। ਉਹ ਸਾਰੀਆਂ ਦੀਆਂ ਸਾਰੀਆਂ ਵਰਸਾਂ ਦੱਸਦੀਆਂ ਛਾਤੀ ਪਿੱਟਣਗੇ। ਹੁਣ ਛਾਤੀ ਪਿੱਟਣਗੇ ਤੇ 2-4 ਸਕਿੰਟ ਲੱਗਣਗੇ ਨਾ ਛਾਤੀ ਪਿੱਟਣ ਨੂੰ ਜੀ। ਹਾਂਜੀ। ਤੇ ਉੱਥੇ ਸਾਡੇ ਬਾਰੇ ਕੀ ਲਿਖਿਆ? ਅੱਖ ਝਪਕਦੇ ਸਾਰ। ਤੇ ਕੀ ਇਹਦੇ ਵਿੱਚ ਫਰਕ ਨਜ਼ਰ ਨਹੀਂ ਆਉਂਦਾ? ਕਿ ਇਹਦੇ ਵਿੱਚ ਸਾਨੂੰ ਡਿਫਰੈਂਸ ਨਜ਼ਰ ਨਹੀਂ ਆਉਂਦਾ? ਕਿ ਅਸੀਂ ਇਹਨੂੰ ਸਮਝ ਨਹੀਂ ਸਕਦੇ ਕਿ ਕਿਤੇ ਨਾ ਕਿਤੇ ਕੁਝ ਵੱਖਰਾ ਨਜ਼ਰ ਆਉਂਦਾ ਹੈ ਦੁਲਹਨ ਦੇ ਵਾਸਤੇ ਤੇ ਬਾਕੀ ਦੁਨੀਆ ਦੇ ਵਾਸਤੇ? ਇੱਥੇ ਤੇ ਲਿਖਿਆ ਹੀ ਨਹੀਂਗਾ। ਹੁਣ ਇਹਨੂੰ ਦੁਬਾਰਾ ਫੇਰ ਪੜੋ ਜੀ, ਇਸੇ ਵਰਸ ਨੂੰ, ਥੈਸਲੋਨੀਕੇ ਦੇ 4:16 ਨੂੰ। क्योंकि खुदावंद खुद आसमान से ललकार और मुकर्रब फरिश्ते की आवाज और खुदा के नरसिंगे के साथ उतर आएगा। हालेलुया। इत्थे तो सारा सिस्टम जड़ा अलग आ। और पहले तो वो जो मसीह में मुए जी उठेंगे, फिर हम जो जिंदा बाकी होंगे उनके साथ बादलों पर उठाए जाएंगे। ਇੱਥੇ ਤਾਂ ਸਾਫ਼ ਲਿਖਿਆ ਵੀ ਜਿਹੜੇ ਪਹਿਲਾਂ ਸੋ ਚੁੱਕੇ ਮਸੀਹ ਦੇ ਵਿੱਚ ਉਹ ਜੀ ਉੱਠਣਗੇ, ਤੇ ਜਿਹੜੇ ਅਸੀਂ ਆ ਅਸੀਂ ਪਲਕ ਝਪਕਦੇ ਸਾਰ ਬਦਲ ਜਾਵਾਂਗੇ ਤੇ ਬਦਲਾਂ ਦੇ ਵਿੱਚ ਉਠਾਏ ਜਾਵਾਂਗੇ। ਲੇਕਿਨ ਉਸ ਜਗ੍ਹਾ ਦੇ ਉੱਤੇ ਇਦਾਂ ਦਾ ਉਠਾਏ ਜਾਣ ਵਾਲਾ ਤੇ ਕੋਈ ਸਿਸਟਮ ਆਉਂਦਾ, ਉੱਥੇ ਲਿਖਿਆ ਛਾਤੀ ਪਿੱਟਣਗੇ। ਸੋ ਫਿਰ ਵੀ ਅਗਰ ਕੋਈ ਇਹਨਾਂ ਦਾ ਤੋੜ ਮਰੋੜ ਕੇ ਕੋਈ ਪ੍ਰਕਾਸ਼ਨ ਕਿਸੇ ਨੂੰ ਦਿੰਦਾ ਆ ਤੇ ਮੈਂ ਸਮਝਦਾ ਕਿ ਕਲੀਸਿਆ ਦਾ ਵੈਰੀ ਹੈ, ਕਲੀਸਿਆ ਦਾ ਦੁਸ਼ਮਣ ਹੈ। ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿ ਜਿਸ ਚੀਜ਼ ਦੇ ਬਾਰੇ ਸਾਨੂੰ ਪੂਰਾ ਗਿਆਨ ਨਾ ਹੋਵੇ ਤੇ ਅਸੀਂ ਉਹਦੇ ਉੱਤੇ ਮੋਹਰ ਲਾ ਕੇ ਕਲੀਸਿਆ ਦੇ ਅੱਗੇ ਉਹਨੂੰ ਪਰੋਸੀਏ। ਸਾਨੂੰ ਉਸੇ ਚੀਜ਼ ਨੂੰ ਕਹਿਣ ਦਾ ਹੱਕ ਆ, ਉਸੇ ਚੀਜ਼ ਨੂੰ ਦੱਸਣ ਦਾ ਹੱਕ ਆ ਜਿਹਨੂੰ ਅਸੀਂ ਪੂਰਾ ਪ੍ਰਤੱਖ ਰੂਪ ਦੇ ਵਿੱਚ ਪੇਸ਼ ਕਰ ਸਕੀਏ ਕਿ ਇਹ ਵਚਨ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਆ। ਲੇਕਿਨ ਇੱਥੇ ਇਦਾਂ ਦਾ ਪਾਇਆ ਜਾਂਦਾ ਨਹੀਂ ਆ। ਸੋ ਅਸੀਂ ਦੇਖਦੇ ਹਾਂ ਯੀਸ਼ੂ ਲਲਕਾਰ ਕੇ ਸਾਥ ਆਏਗਾ ਦੁਲਹਨ ਦੇ ਲਈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਲਲਕਾਰ ਦੇ ਨਾਲ ਹੈ ਜਾਂ ਕੋਈ ਫਰਕ ਆ। ਪੜਾਂਗੇ ਜੀ ਪ੍ਰਕਾਸ਼ਿਤ ਵਾਕਿਆ 19 ਅਧਿਆਏ ਉਹਦੇ 11 ਵਰਸ ਤੋਂ ਅਸੀਂ 4 ਵਰਸਾਂ ਪੜਾਂਗੇ। ਪ੍ਰਕਾਸ਼ਿਤ ਵਾਕਿਆ 19 ਅਧਿਆਏ ਉਹਦੀ। ਧਰਤੀ ਦੇ ਵਪਾਰੀ ਉਹਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਹਨਾਂ ਦਾ ਮਾਲ ਕੋਈ ਨਹੀਂ ਲੈਂਦਾ। 11 ਪੜ੍ਹੋ ਜੀ। ਮੈਂ ਆਕਾਸ਼ ਨੂੰ ਖੁੱਲਾ ਹੋਇਆ ਡਿਠਾ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ। ਹਾਂਜੀ, ਇੱਥੇ ਥੋੜਾ ਤਰਜਮੇ ਵਿੱਚ ਥੋੜਾ ਫਰਕ ਹੈ ਜੀ। ਔਰ ਉਰਦੂ ਦੇ ਵਿੱਚ ਲਿਖਿਆ ਆ ਔਰ मैंने आसमान को खुला हुआ देखा और क्या देखता हूँ। ਜਿੱਥੇ ਇੱਕ ਨੁਕਰਾ ਘੋੜਾ ਹੈ ਜੀ ਉੱਥੇ ਸਫੇਦ ਘੋੜਾ ਕਰ ਲਿਓ, ਆਪਣੇ ਆਪਣੇ ਨੋਟ ਕਰ ਲਿਓ ਕਿਸੇ ਵੀ ਜਗ੍ਹਾ ਦੇ ਉੱਤੇ ਵਰਸ ਨੂੰ ਅਲੱਗ ਕਰਕੇ ਲਿਖ ਕੇ। ਇੱਥੇ ਲਿਖਿਆ ਆ फिर मैंने आसमान को खुला हुआ देखा और क्या देखता हूँ कि एक सफेद घोड़ा है और उस पर एक सवार है जो सच्चा और
बरहक कहलाता है, और वो रास्ते के साथ इंसाफ और लड़ाई करता है, और उसकी आंखें आग के शोले हैं, और उसके सिर पर बहुत से ताज हैं, और उसका एक नाम लिखा हुआ है जिससे उसके पिता और उसके सिवा और कोई नहीं जानता, और वो खून की छिड़की हुई पोशाक पहने हुए, और उसका नाम कलामे खुदा कहलाता है। ਇਹ ਜਿਹੜੀ ਖੂਨ ਦੇ ਨਾਲ ਛਿੜਕੀ ਹੋਈ ਪੋਸ਼ਾਕ ਦੇ ਉੱਤੇ ਵੀ ਬੜੇ ਬੜੇ ਵਿਦਵਾਨਾਂ ਨੇ ਬਹੁਤ ਜਿਹੜੇ ਆ ਉਹ ਪ੍ਰਕਾਸ਼ਨ ਦਿੱਤੇ ਆ। ਉਹਦੇ ਵਿੱਚ ਜਿਹੜਾ ਸਭ ਤੋਂ ਸੋਲਿਡ ਪ੍ਰਕਾਸ਼ਨ ਦਿੱਤਾ ਗਿਆ ਵਿਦਵਾਨਾਂ ਵੱਲੋਂ ਉਹ ਇਹ ਆ ਵੀ ਇਸਰਾਇਲ ਦੇ ਪੂਰੀ ਤਸੱਲੀ ਦੇ ਵਾਸਤੇ ਯਿਸੂ ਮਸੀਹ ਉਹਨਾਂ ਹੀ ਵਸਤਰਾਂ ਦੇ ਵਿੱਚ ਸੇਮ ਹੂ ਬਹੂ ਉਹਨਾਂ ਹੀ ਵਸਤਰਾਂ ਦੇ ਵਿੱਚ ਆਵੇਗਾ ਜਿਹਨਾਂ ਵਸਤਰਾਂ ਦੇ ਵਿੱਚ ਉਹਨੂੰ ਵੱਧ ਕੀਤਾ ਗਿਆ ਸੀ, ਜਿਹੜਾ ਵਸਤਰਾਂ ਦੇ ਵਿੱਚ ਉਹਦੀ ਸ਼ਹਾਦਤ ਕੀਤੀ ਗਈ ਸੀ, ਉਹਦੇ ਕੋਲੋਂ ਵਸਤਰ ਲੈ ਲਏ ਗਏ ਸੀਗੇ। ਸੇਮ ਉਹਨਾਂ ਵਸਤਰਾਂ ਦੇ ਵਿੱਚ ਯਿਸੂ ਮਸੀਹ ਦੁਬਾਰਾ ਪ੍ਰਗਟ ਹੋਵੇਗਾ, ਉਹਨਾਂ ਵਸਤਰਾਂ ਵਿੱਚ ਜਿਹਨਾਂ ਨਾਲ ਲਪੇਟ ਕੇ ਉਹਨੂੰ ਕਬਰ ਦੇ ਵਿੱਚ ਰੱਖਿਆ ਗਿਆ। ਔਰ ਉਹ ਵਸਤਰ ਸਾਰੇ ਜਿਹੜੇ ਆ ਉਹਦੇ ਖੂਨ ਦੇ ਨਾਲ ਛਿੜਕੇ ਹੋਏ। ਇਹ ਵਿਦਵਾਨਾਂ ਦੇ ਵਿਚਾਰ ਆ ਔਰ ਮੈਂ ਇਹਨਾਂ ਦੇ ਨਾਲ ਕਾਫੀ ਹੱਦ ਤੱਕ ਸਹਿਮਤ ਵੀ ਹਾਂ। 14 ਚ ਲਿਖਿਆ, ਔਰ आसमान की फौजें सफ़ेद घोड़ों पर सवार और सफ़ेद और साफ महीन कतानी कपड़े पहने हुए उसके पीछे होंगी। ਇਹ ਜਿਹੜੀ ਪਿੱਛੇ ਆਉਂਦੀ ਨਾ ਇਹ ਦੁਲਹਨ ਆ। ਹਾਲੇਲੂਇਆ। ਕਿੱਦਾਂ ਨੇ ਜੋ ਕੁਛ ਯਿਸੂ ਮਸੀਹ ਦੇ ਨਾਲ ਆ ਉਹ ਜਲਾਲ ਦੁਲਹਨ ਦਾ ਵੀ ਅਸੀਂ ਨਾਲ ਉਹਦੇ देखते हैं। और कौमों के मारने के लिए उसके मुंह से एक तेजदार तलवार निकलती है। ਹੁਣ ਇਸ ਜਗ੍ਹਾ ਦੇ ਉੱਤੇ ਤੇ ਉਹ ਕੰਮ ਹੀ ਉਹਦਾ ਬੜਾ ਖਤਰਨਾਕ ਆ, ਲੇਕਿਨ ਸਾਡੇ ਲਈ ਤੇ ਲਿਖਿਆ ਵੀ ਅਸੀਂ ਤੇ ਅਚਾਨਕ ਹੀ ਉਠਾਏ ਜਾਵਾਂਗੇ, ਲੇਕਿਨ ਇਹਨਾਂ ਦੇ ਲਈ ਕੀ ਆ, ਮੂੰਹ ਦੇ ਵਿੱਚ ਉਹਦੀ ਜ਼ੁਬਾਨ ਹੀ ਇੱਕ ਤਲਵਾਰ ਦੀ ਤਰ੍ਹਾਂ ਆ। ਸੋ ਇਹਦਾ ਆਤਮਿਕ ਭੇਤ ਹੈ ਜਿਹੜਾ ਅੱਗੇ ਜਾ ਕੇ ਅਸੀਂ ਸਮਝਾਂਗੇ। और कौमों के मारने के लिए उसके मुंह से एक तेजदार तलवार निकलती है और वो लोहे के असा से उन पर हुकूमत करेगा। और कादरे मुतलक खुदा के तख्त गजब की महक के हौज में अंगूर रोंदेगा। और उसकी पोशाक और रान पर ये नाम लिखा हुआ होगा, बादशाहों का बादशाह और खुदाबंदों का खुदा। फिर मैंने एक फरिश्ते को आफताब पर खड़े हुए देखा और उसने बड़ी आवाज से चिल्लाकर आसमान में के सब उड़ने वाले परिंदों से कहा, आओ खुदा की बड़ी ज़ियाफत में शरीक होने के लिए जमा हो जाओ, ताकि तुम बादशाहों का गोश्त और फौजी सरदारों का गोश्त और जोरावरों का गोश्त और घोड़ों और उनके जानवरों का गोश्त और सब आदमियों का गोश्त खाओ, ख्वा आज़ाद हो और ख्वा गुलाम हो, ख्वा छोटे हो ख्वा बड़े हों। फिर मैंने उसे हैवान और ज़मीन के बादशाहों और उनकी फ़ौजों को, उसके घोड़ों के सवार और उसकी फ़ौजों से जंग करने के लिए पीछे इकट्ठे देखा। और वो हैवान उसके साथ वो झूठा नबी पकड़ा गया जिसके सामने ऐसा निशान दिखाए थे जिसने उनसे हैवान की छाप लेने वालों और उसके बुत की परस्तिश करने वालों को गुमराह किया था। वो दोनों आग की झील में जिंदा डाले गए जो गंधक से जलती है, और बाकी उस घोड़े के सवार की तलवार से जो उसके मुंह से निकलती थी कत्ल किए गए, और सब परिंदे उनके गोश्त से शेर हो गए। सो प्यारिਓ, ਇਹ ਸਾਰੇ ਵਰਸ ਨੂੰ ਪੜਨ ਦਾ ਮਤਲਬ ਸਿਰਫ ਇੰਨਾ ਹੀ ਆ ਕਿ ਇਸ ਜਗ੍ਹਾ ਦੇ ਉੱਤੇ ਨੰਬਰ 1 ਤੇ ਅਸੀਂ ਯਿਸੂ ਮਸੀਹ ਦੇ ਨਾਲ ਦੁਲਹਨ ਨੂੰ ਆਉਂਦਿਆਂ ਹੋਇਆਂ ਦੇਖਦੇ ਹਾਂ। ਸੋ ਇਹਦਾ ਮਤਲਬ ਆ ਕਿ ਜਦੋਂ ਯਿਸੂ ਮਸੀਹ ਇਸ ਰੂਪ ਦੇ ਵਿੱਚ ਆਉਂਦਾ ਆ, ਰੈਪਚਰ ਜਿਹੜਾ ਆ ਉਹ ਹੋ ਚੁੱਕਾ ਆ। ਇਹਦੇ ਵਿੱਚ ਕੋਈ ਦੋ ਰਾਏ, ਕੋਈ ਸ਼ੱਕ ਬਾਕੀ ਰਹਿੰਦਾ ਨਹੀਂ ਆ। ਇਹਦੇ ਬਾਵਜੂਦ ਵੀ ਅਗਰ ਕੋਈ ਡਿਬੇਟ ਕਰਨੀ ਚਾਹੁੰਦਾ ਆ ਤੇ ਫਿਰ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਆ, ਕਿਉਂਕਿ ਸਾਫ਼-ਸਾਫ਼ ਲਿਖਿਆ ਆ ਉਹ ਕੌਮਾਂ ਦਾ ਨਿਆਂ ਕਰਨ ਆ ਰਿਹਾ ਆ। ਔਰ ਸ਼ੈਤਾਨ ਦੀਆਂ ਜਿਹੜੀ ਏਕਤਾ ਆ ਉਹਦੇ ਵਿੱਚੋਂ ਦੋ ਸ਼ਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ, ਅੱਗ ਦੀ ਝੀਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਆ। ਸਿਰਫ ਹੁਣ ਮੁੱਖ ਤੌਰ ਦੇ ਉੱਤੇ ਜਿਹੜਾ ਖੁਦ ਇੱਕ ਸ਼ੈਤਾਨ ਦੇ ਰੂਪ ਦੇ ਵਿੱਚ ਜਿਹਨੂੰ ਅਸੀਂ ਪੜ੍ਹਦੇ ਆ ਰਹੇ ਹਾਂ, ਸਿਰਫ ਉਹ ਹੀ ਇੱਕ ਬਾਕੀ ਹੈ ਜਿਹਨੂੰ ਗ੍ਰਿਫਤਾਰ ਕਰਕੇ ਤੇ ਕੈਦ ਕੀਤਾ ਜਾਂਦਾ ਹੈ। ਲੇਕਿਨ ਦੋ ਇਹਦੇ ਜਿਹੜੀਆਂ ਰੂਪ ਆ ਉਹਨਾਂ ਨੂੰ ਅੱਗ ਤੇ ਗੰਧਕ ਦੀ ਝੀਲ ਦੇ ਵਿੱਚ ਸੁੱਟਿਆ ਜਾਂਦਾ ਆ। ਲੇਕਿਨ ਇਹਦੇ ਉਲਟ ਜਦੋਂ ਅਸੀਂ ਕਲੀਸਿਆ ਦੇ ਰੈਪਚਰ ਨੂੰ ਦੇਖਦੇ ਹਾਂ, ਉੱਥੇ ਇਦਾਂ ਦਾ ਕੋਈ ਵੀ ਪ੍ਰਬੰਧ ਦੇਖਦੇ ਨਹੀਂ। ਉੱਥੇ ਤੇ ਕਲੀਸਿਆ ਸਿਰਫ ਔਰ ਸਿਰਫ ਲਿਖਿਆ ਬਦਨਾਂ ਦੇ ਉੱਤੇ ਉਠਾਏ ਗਏ ਆ, ਔਰ ਜਿਹੜਾ ਕਿ ਕਲੀਸਿਆ ਨੂੰ ਮਿਲਣ ਵਾਲਾ ਮਾਨ ਸਨਮਾਨ ਆ ਉਹਨੂੰ ਉਹ ਸਵਰਗ ਦੇ ਵਿੱਚ ਜਾ ਕੇ ਪਾਉਂਦੀ ਆ। ਤੇ ਫਿਰ ਸਮਾਂ ਪੂਰਾ ਹੋਣ ਦੇ ਉੱਤੇ ਕਲੀਸਿਆ ਜਿਹੜੀ ਆ ਉਹ ਯਿਸੂ ਮਸੀਹ ਦੇ ਨਾਲ ਜ਼ਮੀਨ ਦੇ ਉੱਤੇ ਆਉਂਦੀ ਆ। ਹਾਲੇਲੂਇਆ। ਸੋ ਇੱਥੇ ਸਾਡੇ ਸਾਹਮਣੇ ਗੱਲ ਆਉਂਦੀ ਆ ਕਿ ਯੀਸ਼ੂ ਲਲਕਾਰ ਕੇ ਸਾਥ ਆਏਗਾ ਕਲੀਸਿਆ ਦੇ ਵਾਸਤੇ, ਲੇਕਿਨ ਉਹਨਾਂ ਦੇ ਲਈ ਕਿਸੇ ਲਲਕਾਰ ਦਾ ਜ਼ਿਕਰ ਹੈ ਹੀ ਨਹੀਂ। ਉੱਥੇ ਕੋਈ ਲਲਕਾਰ ਨਹੀਂ ਹੈ। ਉੱਥੇ ਤੇ ਸਿੱਧਾ ਉਹਨੂੰ ਆਉਂਦਿਆਂ ਹੋਇਆਂ ਹੀ ਦੇਖਣਗੇ। 9ਵਾਂ ਪੁਆਇੰਟ ਅਸੀਂ ਦੇਖਦੇ ਹਾਂ, ਪੁਨਰ ਉਥਾਨ ਹੋਗਾ।
ਕਲੀਸਿਆ ਦੇ ਲਈ ਪੁਨਰੁਥਾਨ ਆ, ਲੇਕਿਨ ਜਿਹੜਾ ਉਹਨਾਂ ਦੇ ਵਾਸਤੇ ਆ ਪੁਨਰੁਥਾਨ ਦਾ ਕੋਈ ਜ਼ਿਕਰ ਹੀ ਨਹੀਂ ਆ। ਸੋ ਅਗਰ ਪੁਆਇੰਟ ਲਿਖਣਾ ਚਾਹੋ ਤੇ ਲਿਖ ਸਕਦੇ ਹੋ, ਕਲੀਸਿਆ ਦੇ ਲਈ ਪੁਨਰੁਥਾਨ ਹੈਗਾ ਆ, ਪਰ ਉਹਨਾਂ ਦੇ ਲਈ ਕੋਈ ਵੀ ਪੁਨਰੁਥਾਨ ਦਾ ਜ਼ਿਕਰ ਨਹੀਂ ਆ। ਪੜਾਂਗੇ ਅਸੀਂ ਪਹਿਲਾ ਥੈਸਲੋਨੀਕੇ 4 ਅਧਿਆਇ ਦੀ 13 ਤੋਂ 18 ਵਰਸ ਤੱਕ। ਪਹਿਲਾ ਥੈਸਲੋਨੀਕੇ 4 ਦੀ 13 ਤੋਂ 18 ਵਰਸਾ ਉਹੀ ਆ, ਲੇਕਿਨ ਉਹਨਾਂ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਭੇਤ ਆ ਅਸੀਂ ਉਹਨੂੰ ਸਮਝ ਰਹੇ ਹਾਂ। ਹਾਲੇਲੂਇਆ। 4 ਦੀ 13 ਤੋਂ 18। ऐ भाइयों, हम नहीं चाहते कि जो सोते हैं उनकी बाबत तुम नावाकिफ रहो, ताकि औरों की मानिंद जो ना उम्मीद हैं ना उम्मीद है कि पढ़े की लिखे थे साफ करके कटे। हे ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਹਨਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ। हालेलुया। ਹੁਣ मैं पढ़दा जी, उनकी बाबत ना वाकिफ रहो ताकि औरों की मानिंद जो ना उम्मीद है गम ना करो। ਨਾ ਉਮੀਦ ਲੋਕਾਂ ਦੇ ਲਈ ਕਲੀਸਿਆ ਨੂੰ ਗਮ ਕਰਨ ਦੀ ਜ਼ਰੂਰਤ ਨਹੀਂ ਆ। ਅਸੀਂ ਉਮੀਦ ਦੇ ਵਿੱਚ ਆ, ਸਾਡੇ ਅੱਗੇ ਆਸ਼ਾ ਆ, ਸਾਡੇ ਅੱਗੇ ਉਮੀਦ ਆ। ਉਹ ਲੋਕ ਨਾ ਉਮੀਦ ਆ, ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਇਹ ਆ, क्योंकि जब हमें ये यकीन है कि यीशु मर गया और जी उठा, तो उसी तरह खुदा उनको भी जो सो गए हैं यीशु के वसीले से उसके साथ ले आएगा। ਸੋ ਇੱਥੇ ਇੱਕ ਗੱਲ ਤੇ ਪੱਕੀ ਆ, ਕਲੀਅਰ ਕਰਦਾ ਪਿਆ ਆ ਵੀ ਜਿਹੜੇ ਸੌਂ ਗਏ ਆ ਯਿਸੂ ਮਸੀਹ ਦੇ ਵਸੀਲੇ ਦੇ ਨਾਲ, ਉਹ ਉਹਨਾਂ ਨੂੰ ਨਾਲ ਲੈ ਕੇ ਆਵੇਗਾ। उस सो की लिखा, यीशु के वसीले से उसी के साथ ले आएगा। चुनाचे हम तुमसे खुदावंद के कलाम के मुताबिक कहते हैं कि हम जो जिंदा हैं और खुदावंद खुदा के आने तक बाकी रहेंगे, सोए हुओं से हरगिज आगे नहीं होंगे। ਜਿਹੜੇ ਸਾਡੇ ਤੋਂ ਪਹਿਲਾਂ ਉਹਦੇ ਵਿੱਚ ਆਰਾਮ ਕਰ ਚੁੱਕੇ ਆ, ਉਹਦੇ ਆਰਾਮ 'ਚ ਜਾ ਚੁੱਕੇ ਆ, ਉਹਨਾਂ ਨੂੰ ਪਹਿਲੇ ਕਹਿੰਦਾ ਅਸੀਂ ਕਦੇ ਵੀ ਨਹੀਂ ਹੋਵਾਂਗੇ, क्योंकि खुदावंद आसमान से ललकार, ये ਅਸੀਂ पढ़ चुके हैं ਪਹਿਲਾਂ, आवाज ਦੇ ਨਾਲ नरसिंगे के साथ उतरेगा और वो पहले तो वो जो मसीह में सोए हुए हैं वो जी उठेंगे। हालेलुया। सो ਇੱਥੇ ਅਸੀਂ ਪੁਨਰਉਥਾਨ ਨੂੰ ਦੇਖਦੇ ਹਾਂ, ਮੁਰਦਿਆਂ ਦੇ ਜੀ ਉੱਠਣ ਨੂੰ ਦੇਖਦੇ ਹਾਂ। ਜਿਵੇਂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਉਸੇ ਤਰ੍ਹਾਂ ਅਸੀਂ ਜਿਹੜੇ ਮਸੀਹ ਦੇ ਵਿੱਚ ਉਸ ਸਮੇਂ ਦੇ ਵਿੱਚ ਸ਼ਹਾਦਤ ਪਾ ਚੁੱਕੇ ਜਾਂ ਸੌਂ ਚੁੱਕੇ, ਆਪਣੀ ਦੌੜ ਨੂੰ ਪੂਰਾ ਕਰਕੇ, ਉਹਨਾਂ ਦਾ ਪੁਨਰਉਥਾਨ ਨੂੰ, ਉਹਨਾਂ ਦੇ ਦੁਬਾਰਾ ਜੀ ਉੱਠਣ ਨੂੰ, ਜਿਵੇਂ ਯਿਸੂ ਮਸੀਹ ਜੀ ਉੱਠਿਆ, ਉਸੇ ਤਰ੍ਹਾਂ ਉਹਨਾਂ ਦੇ ਜੀ ਉੱਠਣ ਨੂੰ ਅਸੀਂ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਵਿੱਚ ਦੇਖਦੇ ਹਾਂ ਜਦੋਂ ਕਿ ਰੈਪਚਰ ਦਾ ਸਮਾਂ ਆ। ਲੇਕਿਨ ਇਹਦੇ ਉਲਟ ਦੂਸਰੇ ਪਾਸੇ ਅਸੀਂ ਉਹਨਾਂ ਦੇ ਪੁਨਰਉਥਾਨ ਨੂੰ ਕਿਤੇ ਨਹੀਂ ਦੇਖਦੇ। ਉਹਦਾ ਅਸੀਂ ਪੜ੍ਹ ਲਿਆ, ਪ੍ਰਕਾਸ਼ਿਤ ਵਾਕਿਆ 1 ਦੀ 7 ਜੀ ਪੜ੍ਹ ਲਿਆ ਵੀ ਉਹ ਛਾਤੀਆਂ ਪਿੱਟਣਗੇ, ਉਹਨਾਂ ਦਾ ਕੋਈ ਪੁਨਰਉਥਾਨ ਨਹੀਂਗਾ। ਉੱਥੇ ਕਿਸੇ ਦੇ ਜੀ ਉੱਠਣ ਦੀ ਕੋਈ ਵੀ ਜ਼ਿਕਰ, ਕੋਈ ਵੀ ਗੱਲਬਾਤ ਹੁੰਦੀ ਨਹੀਂ ਆ। 19 ਤੋਂ 21 ਦੇ ਵਿੱਚ ਵੀ ਅਸੀਂ ਪੜ੍ਹ ਲਿਆ ਆ, ਜ਼ਕਰਿਆ 12 ਦੀ 10 ਵਿੱਚ ਵੀ ਪੜ੍ਹ ਲਿਆ। ਔਰ ਇੱਕ ਹੋਰ ਵਰਸ ਅਸੀਂ ਪੜ੍ਹ ਲੈਣੇ ਆ, ਜ਼ਕਰਿਆ ਨਬੀ ਦੀ ਕਿਤਾਬ, ਉਹਦਾ 14 ਅਧਿਆਇ, ਉਹਦੀ 4 ਤੇ 5 ਵਰਸ। ਜ਼ਕਰਿਆ 14 ਦੀ 4 ਤੇ 5 ਵਰਸ ਪੁਰਾਣੇ ਨੇਮ ਦੇ ਵਿੱਚ, ਜ਼ਕਰਿਆ ਨਬੀ ਦੀ ਕਿਤਾਬ। ਉਸ ਦਿਨ ਉਸ ਦੇ ਪੈਰ ਜੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੋਂ ਪੂਰਬ ਵੱਲ ਹੈ ਜੀ, ਅਤੇ ਜੈਤੂਨ ਦਾ ਪਹਾੜ ਚੜ੍ਹਦੇ ਤੋਂ ਲੈਂਦੇ ਤੀਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਦੂਣ ਹੋ ਜਾਵੇਗੀ। ਜੀ ਜੀ ਜੀ। ਅੱਧਾ ਪਹਾੜ ਉੱਤਰ ਨੂੰ ਤੇ ਅੱਧਾ ਪਹਾੜ ਦੱਖਣ ਨੂੰ ਸਰਕ ਜਾਵੇਗਾ। ਜੀ ਜੀ ਜੀ। ਮੈਂ ਫਿਰ ਉਰਦੂ ਦੇ ਵਿੱਚ ਵੀ ਪੜ੍ਹ ਦਿੰਦਾ। और उस रोज वो कोहे जैतून पर जो यरूशलेम के मशरिक में वाक़ है खड़ा होगा, और कोहे जैतून बीच से फट जाएगा और उसके मशरिक से मगरिब तक एक बड़ी वादी हो जाएगा, क्योंकि आधा पहाड़ शिमाल को सरक जाएगा और आधा जनूब को, और तुम मेरे पहाड़ों की वादी से होकर भागोगे, क्योंकि पहाड़ों की वादी आज तक होगी। जिस तरह तुम शाह यहूदा उज्जा के अदयाम में जलजले से भागे थे, उसी तरह भागोगे, क्योंकि खुदावंद मेरा खुदा आएगा और सब कुदसी उसके साथ होंगे। हालेलुया। सो ਇੱਥੇ ਵੀ ਅਸੀਂ ਦੇਖਦੇ ਹਾਂ ਸਾਰੇ ਮੁਕੱਦਸ ਜਿਹੜੇ ਲੋਕ ਆ ਉਹਦੇ ਨਾਲ ਹੋਣਗੇ। ਇਹਦਾ ਮਤਲਬ ਆ ਕਿ ਯਿਸੂ ਮਸੀਹ ਦੁਲਹਨ ਦੇ ਨਾਲ ਆਊਗਾ ਔਰ ਰੈਪਚਰ ਜਿਹੜਾ ਹੈ ਉਹ ਪਹਿਲਾਂ ਹੋ ਚੁੱਕਿਆ ਹੋਵੇਗਾ। 10ਵਾਂ ਪੁਆਇੰਟ ਅਸੀਂ ਦੇਖਦੇ ਹਾਂ, ਕभी भी ਹੋ ਸਕਦਾ ਹੈ। ਜਿਹੜਾ ਰੈਪਚਰ ਹੈ ਉਹ ਕਦੇ ਵੀ ਹੋ ਸਕਦਾ ਹੈ। ਉਹਦੇ ਵਾਸਤੇ ਅਸੀਂ ਪੜਾਂਗੇ ਪ੍ਰਕਾਸ਼ਿਤ ਵਾਕਿਆ 3 ਅਧਿਆਇ, ਉਹਦੀ 3 ਵਰਸ, ਕਿ ਜਿਹੜਾ ਰੈਪਚਰ ਹੈ ਉਹ ਕਿਸੇ ਵਕਤ ਵੀ ਹੋ ਸਕਦਾ ਆ। ਲੇਕਿਨ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਦੂਸਰਾ ਆਗਮਨ ਆ, ਉਸ ਤੋਂ ਪਹਿਲਾਂ ਇੱਕ 7 ਸਾਲ ਦਾ ਪੀਰੀਅਡ ਆ,
ਔਰ ਉਸ 7 ਸਾਲ ਦੇ 2 ਸਮੇਂ ਆ, ਅੱਧਾ ਸਮਾਂ ਤੇ ਸਮੇਂ। ਸੋ ਉਹਨਾਂ ਸਮਿਆਂ ਦੇ ਵਿੱਚ ਕਈ ਕੁਝ ਹੋਣਾ ਆ ਔਰ ਕਈ ਕੰਮ ਜਿਹੜੇ ਆ ਉਹ ਹੋਣੇ ਆ ਔਰ ਉਹ ਅਚਾਨਕ ਨਹੀਂ ਹੋਣਾ। ਉਹਦੇ ਬਾਰੇ ਤਕਰੀਬਨ ਪਤਾ ਲੱਗ ਜਾਣਾ ਆ ਵੀ ਆਹ ਕੁਝ ਹੁਣ ਹੋਣ ਜਾ ਰਿਹਾ ਆ, ਕਿਉਂਕਿ ਉਹਦੀਆਂ ਪਹਿਲਾਂ ਤੋਂ ਹੀ ਉਦਾਹਰਨਾਂ ਤਮਸੀਲਾਂ ਜਿਹੜੀਆਂ ਆ ਉਹ ਸਾਨੂੰ ਬਾਈਬਲ ਦੇ ਵਿੱਚ ਬਾਖੂਬੀ ਮਿਲਦੀਆਂ ਆ। ਸੋ ਰੈਪਚਰ ਜਿਹੜਾ ਉਹ ਕਦੇ ਵੀ ਹੋ ਸਕਦਾ। ਪੜਾਂਗੇ ਜੀ ਪ੍ਰਕਾਸ਼ਿਤ ਵਾਕਿਆ 3:3। ਇਸ ਲਈ ਚੇਤੇ ਕਰ ਬਈ ਤੈਂ ਕਿਸ ਬਿਦ ਪ੍ਰਾਪਤ ਕੀਤਾ ਹੈ ਹਾਂਜੀ ਅਤੇ ਸੁਣਿਆ, ਹਾਂਜੀ ਉਹਦੀ ਪਾਲਣਾ ਕਰ ਅਤੇ ਤੋਬਾ ਕਰ। ਹਾਂਜੀ ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਾਵਾਂਗਾ। ਹਾਲੇਲੂਇਆ। ਹੁਣ ਇੱਥੇ ਸਾਫ਼-ਸਾਫ਼ ਕਰਕੇ ਲਿਖਿਆ ਵੀ ਮੈਂ ਚੋਰ ਵਾਂਗੂ ਆਊਂਗਾ ਜਦੋਂ ਤੈਨੂੰ ਪਤਾ ਹੀ ਨਹੀਂ ਹੋਊਗਾ। ਲੇਕਿਨ ਜਦੋਂ ਇਸਰਾਇਲ ਨਹੀਂ ਆਉਂਦਾ ਉਹਦੇ ਲਈ ਤਾਂ ਬਹੁਤ ਸਾਰਾ ਕੁਝ ਜਿਹੜਾ ਨਾ ਉਹ ਪਹਿਲਾਂ ਤੋਂ ਲਿਖ ਦਿੱਤਾ ਗਿਆ। ਆਹ ਨਿਸ਼ਾਨੀ ਹੋਵੇਗੀ, ਆਹ ਨਿਸ਼ਾਨੀ ਹੋਵੇਗੀ, ਆਹ ਨਿਸ਼ਾਨੀ ਹੋਵੇਗੀ, ਇਸ ਤਰ੍ਹਾਂ ਆਵੇਗਾ, ਦੁਲਹਨ ਉਹਦੇ ਨਾਲ ਹੋਵੇਗੀ। ਲੇਕਿਨ ਦੁਲਹਨ ਦੇ ਲਈ ਲਿਖਿਆ ਵੀ ਤੁਸੀਂ, ਮੈਂ ਉਰਦੂ ਵਿੱਚ ਪੜ੍ਹ ਦੇਣਾ, ਬਸ ਯਾਦ ਕਰਕੇ ਤੂੰ ਨੇ ਕਿਸ तरह तालीम पाई और सुनी थी और उस पर कायम रहे और तौबा कर, और अगर तू जागता ना रहेगा तो मैं चोर की तरह आऊँगा और तुझे हरगिज मालूम ना होगा कि किस वक्त तुझ पर आ पड़ूंगा। सो ਇਹਦੇ ਬਾਰੇ ਅਸੀਂ 10 ਕੁਆਰੀਆਂ ਦੇ ਵਿੱਚ ਵੀ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਕਿ ਅਚਾਨਕ ਜਿਹੜਾ ਦੁਲਹਾ ਆ ਗਿਆ ਤੇ ਜਿਹੜੀਆਂ ਸੌਂਦੀਆਂ ਸੀਗੀਆਂ ਤੇ ਉਹ ਸਾਰੀਆਂ ਸੌ ਤੇ ਸਾਰੀਆਂ ਗਈਆਂ ਸੀ, ਪਰ ਉਹਨਾਂ 'ਚ ਜਿਹੜਾ ਦੇ ਕੋਲ ਮਸ਼ਾਲਾਂ 'ਚ ਤੇਲ ਸੀਗਾ ਤੇ ਐਕਸਟਰਾ ਤੇਲ ਸੀਗਾ, ਉਹ ਜਿਹੜੀਆਂ ਸੀਗੀਆਂ ਉਹ ਅੰਦਰ ਚਲੇ ਗਈਆਂ ਤੇ ਦਰਵਾਜ਼ਾ ਉਹਨਾਂ ਦੇ ਲਈ ਬੰਦ ਕਰਤਾ ਗਿਆ ਤੇ ਬਾਕੀ ਜਿਹੜੀਆਂ ਉਹ ਬਾਹਰ ਰਹਿ ਗਈਆਂ। ਸੋ ਸਾਡੇ ਨਾਲ ਵੀ ਇਦਾਂ ਦਾ ਨਾ ਹੋ ਜਾਵੇ, ਇਸ ਲਈ ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ। ਤੇ ਇਸ ਲਈ ਇਸ ਵਰਸ ਤੋਂ ਇੱਕ ਗੱਲ ਤੇ ਸਾਡੇ ਸਾਹਮਣੇ ਆਉਂਦੀ ਆ ਕਿ ਦੁਲਹਨ ਦੇ ਲਈ ਇਹ ਸਾਰਾ ਕੁਝ ਜਿਹੜਾ ਆ ਉਹ ਅਚਾਨਕ ਆ, ਪਤਾ ਹੀ ਨਹੀਂ ਹੋਵੇਗਾ ਕਦੋਂ ਹੋਣਾ ਹੈ। ਲੇਕਿਨ ਉਹਨਾਂ ਦੇ ਲਈ ਅਸੀਂ ਦੇਖਦੇ ਹਾਂ 7 ਵਰਸ਼ੀਏ ਕਲੇਸ਼ ਤੋਂ ਬਾਅਦ ਆ, ਉਹ ਕਲੇਸ਼ ਹੋਣਾ ਆ। ਕਲੇਸ਼ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਆਉਣਾ ਆ ਬਦਲਾਂ ਦੇ ਉੱਤੇ ਦੁਲਹਨ ਦੇ ਨਾਲ। ਕਲੇਸ਼ ਤੋਂ ਪਹਿਲਾਂ ਜਿਹੜੇ ਅਸੀਂ ਦੇਖਦੇ ਆ ਉਹ ਸਮਾਂ ਜਿਹੜਾ 7 ਸਾਲ ਦਾ ਠਹਿਰਾਇਆ ਗਿਆ ਆ, ਉਹਦੇ ਵਿੱਚ ਡੈਨੀਅਲ ਨਬੀ ਨੇ ਵੀ ਇਹਨੂੰ ਇਸ ਤਰ੍ਹਾਂ ਲਿਖਿਆ ਆ। ਅਸੀਂ ਪੜਾਂਗੇ 9 ਅਧਿਆਏ ਉਹਦੀ 24 ਤੋਂ ਲੈ ਕੇ 27 ਵਰਸ ਤੱਕ। ਡੈਨੀਅਲ 9 ਅਧਿਆਏ ਉਹਦੀ 24 ਤੋਂ 27 ਵਰਸ ਤੱਕ। ਇਹ ਪੁਆਇੰਟ ਨੋਟ ਕਰ ਲਈ। ਉਸ ਤੋਂ ਬਾਅਦ ਅਸੀਂ ਦੁਆ ਕਰਦੇ, ਕभी भी ਹੋ ਸਕਦਾ ਆ ਜਿਹੜਾ ਰੈਪਚਰ ਆ ਉਹ ਦੁਲਹਨ ਦੇ ਲਈ ਕਿਸੇ ਵਕਤ ਵੀ ਹੋ ਸਕਦਾ ਹੈ। ਲੇਕਿਨ ਉਹਨਾਂ ਦੇ ਲਈ ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਆਵੇ ਇੱਕ ਸਮਾਂ ਆ, ਉਸ ਸਮੇਂ ਦੀਆਂ ਨਿਸ਼ਾਨੀਆਂ ਯਹੂਦੀਆਂ ਨੂੰ ਬਾਖੂਬੀ ਪਤਾ ਆ, ਉਹਨਾਂ ਨੂੰ ਪਤਾ ਆ ਕੀ ਕੁਛ ਇਹ ਜਿਹੜੀਆਂ ਨਿਸ਼ਾਨੀਆਂ ਕਿਸ ਚੀਜ਼ ਨੂੰ ਦਿਖਾਉਂਦੀਆਂ, ਕਿਉਂਕਿ ਡੈਨੀਅਲ ਨਬੀ ਦੀ ਕਿਤਾਬ 'ਚ ਪਹਿਲਾਂ ਉਹਦੀ ਭਵਿੱਖਬਾਣੀ ਕੀਤੀ ਹੋਈ ਆ। ਜਦੋਂ ਤੁਸੀਂ ਉਸ ਘਿਨਾਉਣੀ ਚੀਜ਼ ਨੂੰ, ਜਦੋਂ ਉਹਨਾਂ ਵਸਤੂਆਂ ਨੂੰ ਤੁਸੀਂ ਇੱਥੇ ਦੇਖੋ ਤੇ ਸਮਝ ਲਓ। ਸੋ ਉਹਨਾਂ ਦੇ ਲਈ ਸਮਝਣ ਦਾ ਵੇਲਾ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਕੀ ਹੋਣ ਲੱਗਾ, ਲੇਕਿਨ ਸਾਨੂੰ ਸਮਝਣ ਦਾ ਵੇਲਾ ਮਿਲਣਾ ਨਹੀਂ ਆ। ਅਸੀਂ ਤਾਂ ਹੁਣ ਗੱਲ ਕਰਦੇ ਹਾਂ ਨਾ ਇਸੇ ਵਕਤ ਜਦੋਂ ਪ੍ਰਭੂ ਨੇ ਲਲਕਾਰੇ ਦੇ ਨਾਲ ਆਉਣਾ ਹੈ, ਉਹਦੇ ਲਲਕਾਰੇ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪੈਂਦੇ ਸਾਰ ਅਸੀਂ ਓਕੇ ਰਿਪੋਰਟ ਹੋ ਜਾਣਾ, ਉਸੇ ਟਾਈਮ ਹੀ ਅਸੀਂ ਬਦਲ ਜਾਣਾ, ਚੁੱਕੇ ਜਾਣਾ ਆ। ਇਸ ਕਰਕੇ ਸਾਡੇ ਲਈ ਕੋਈ ਨਿਸ਼ਾਨ ਨਹੀਂ ਆ ਕਿ ਜਦੋਂ ਉਹਨੇ ਲਲਕਾਰ ਮਾਰਨੀ ਆ ਉਸ ਤੋਂ ਪਹਿਲਾਂ ਆਕਾਸ਼ ਨੀਲਾ ਪੀਲਾ ਚਿੱਟਾ ਹੋ ਜਾਊਗਾ ਜਾਂ ਕੋਈ ਤਾਰੇ ਡਿੱਗਣਗੇ ਜਾਂ ਕੁਝ ਇਦਾਂ ਦਾ ਹੋਊਗਾ ਜਾਂ ਕੋਈ ਇਦਾਂ ਦਾ ਨਿਸ਼ਾਨ। ਸਾਡੇ ਲਈ ਕੋਈ ਨਿਸ਼ਾਨ ਨਹੀਂ ਆ, ਲੇਕਿਨ ਉਹਨਾਂ ਦੇ ਲਈ ਜਦੋਂ ਆਗਮਨ ਦੇ ਵਿੱਚ ਆ ਤੇ ਕਿੰਨੀਆਂ ਨਿਸ਼ਾਨੀਆਂ ਹੈ। ਲੇਕਿਨ ਸਾਡੇ ਵਾਸਤੇ ਇਹੋ ਜਿਹਾ ਕੋਈ ਨਿਸ਼ਾਨ ਪ੍ਰਗਟ ਨਹੀਂ ਹੁੰਦਾ ਕਿ ਲਲਕਾਰੇ ਤੋਂ ਬਾਅਦ ਆ ਹੋਊਗਾ। ਲੇਕਿਨ ਹਾਂ, ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਜਿਹੜੀਆਂ ਜਨਮ ਚੀਜ਼ਾਂ ਦੱਸ ਚੱਲਾਂ ਨਾ ਉਹ ਜਦੋਂ ਹੁੰਦੀਆਂ ਹੋਣ ਤੇ ਇਹ ਸਮਝ ਲਿਓ ਕਿ ਸਮਾਂ ਨੇੜੇ ਆ, ਪਰ ਉਹ ਸਮਾਂ ਕਦੋਂ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋ ਇਸ ਲਈ ਕਹਿੰਦਾ ਜਾਗਦੇ ਰਹੋ ਤੇ ਦੁਆ ਕਰਦੇ ਰਹੋ। ਹਾਂਜੀ ਪੜਾਂਗੇ ਜੀ 24। ਹਾਂਜੀ 9 ਦੀ 24 ਤੋਂ 27 ਤੱਕ ਦਾਨੀਏਲ ਨਬੀ ਦੀ ਕਿਤਾਬ 9 ਅਧਿਆਏ ਉਹਦੀ 24 ਤੋਂ 27। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ। ਹਾਲੇਲੂਇਆ। 70 ਸਾਤੇ ਤੇਰੇ ਲੋਕਾਂ ਤੇ ਪਵਿੱਤਰ ਸ਼ਹਿਰ ਦੇ ਲਈ ਠਹਿਰਾਏ ਗਏ ਹਨ। ਹਾਂਜੀ ਬਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ, ਬਿਲਕੁਲ, ਅਤੇ ਬੁਰਾਈ ਨੂੰ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ। ਹਾਲੇਲੂਇਆ। ਸਦਾ ਦਾ ਧਰਮ ਲਿਆਵੇ। ਹਾਂਜੀ ਬਿਲਕੁਲ ਜੀ, ਅੱਗੇ ਪੜ੍ਹਾਂਗੇ। ਅਤੇ ਦ੍ਰਿਸ਼ਟ ਔਰ ਅਗਮ ਵਾਕ ਉੱਤੇ ਮੋਹਰ ਲਾਵੇ, ਬਿਲਕੁਲ, ਅਤੇ ਅਤ ਪਵਿੱਤਰ ਨੂੰ ਮਸਾ ਕਰੇ। ਜੀ ਬਿਲਕੁਲ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੂੰ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ। ਹਾਲੇਲੂਇਆ। ਅਤੇ 62 ਸਾਤੇ ਉੱਤੇ ਬਾਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ। ਬਿਲਕੁਲ। ਪਰ ਔਖਿਆਈ ਦੇ ਦਿਨਾਂ ਵਿੱਚ ਅਤੇ 62 ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਜੀ, ਅਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹਦੇ ਲੋਕ ਸ਼ਹਿਰ ਔਰ ਪਵਿੱਤਰ ਥਾਂ ਨੂੰ ਉਜਾੜਨਗੇ ਜੀ, ਅਤੇ ਹੜ੍ਹ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਜੀ, ਅਤੇ ਅੰਤ ਤੀਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ। ਬਿਲਕੁਲ ਜੀ। ਅਤੇ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬਣੇਗਾ। ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬਣੇਗਾ। ਹਾਂਜੀ ਹਾਂ ਪੜਾਂਗੇ ਅੱਗੇ।
ਅਤੇ ਸਾਦੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਨਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ। ਘਿਨਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ, ਜਿਹੜੀ ਡੈਨੀਅਲ ਦੀ ਇੱਕ ਨਬੂਤ ਨੂੰ ਤੇ ਲੋਕਾਂ ਨੇ ਬਹੁਤ ਧਿਆਨ ਦੇ ਨਾਲ ਦੇਖਿਆ। ਇੱਥੇ ਰੁਕਾਂਗੇ ਜੀ, ਥੋੜਾ ਪੜ੍ਹਨਾ ਅੱਗੇ ਆਪਾਂ ਬਾਅਦ ਕਿ ਜਦੋਂ ਤੁਸੀਂ ਉਸ ਘਿਨਾਉਣੀ ਵਸਤ ਨੂੰ ਉਸ ਜਗ੍ਹਾ ਤੇ ਦੇਖੋ, ਉੱਥੇ ਆਉਂਦਾ ਵਸਤ, ਜਦੋਂ ਘਿਨਾਉਣੀ ਚੀਜ਼ ਨੂੰ ਤੁਸੀਂ ਉਸ ਜਗ੍ਹਾ ਤੇ ਦੇਖੋ ਜਿੱਥੇ ਨਹੀਂ ਹੋਣੀ ਚਾਹੀਦੀ, ਲੇਕਿਨ ਇੱਥੇ ਇੱਕ ਵਰਡ ਨਾਲ ਹੋਰ ਜੋੜਿਆ ਗਿਆ ਆ। ਇੱਥੇ ਵਸਤ ਨਹੀਂ ਆਇਆ, ਇੱਥੇ ਵਸਤਾਂ ਲਫ਼ਜ਼ ਆਇਆ। ਕੋਈ ਵੀ ਤਰਜਮਾ ਦੇਖ ਲਓ, ਭਾਵੇਂ ਅੰਗਰੇਜ਼ੀ ਦਾ, ਭਾਵੇਂ ਉਰਦੂ ਦਾ, ਭਾਵੇਂ ਪੰਜਾਬੀ ਦਾ, ਭਾਵੇਂ ਜਿਹੜੀ ਮਰਜ਼ੀ ਲੈਂਗੁਏਜ ਤੁਸੀਂ ਦੇਖੋਗੇ, ਇੱਥੇ ਵਸਤ ਨਹੀਂ ਵਸਤਾਂ ਆ। ਇੱਥੇ ਵਸਤ ਨਹੀਂ ਕੀ ਹੈ ਭਲਾ? ਵਸਤਾਂ ਆ। ਔਰ ਇਹਨਾਂ ਵਸਤਾਂ ਦੇ ਵਿੱਚ ਇੱਕ ਉਹ ਜਿਹੜਾ ਡੋਮ ਹੈ ਨਾ, ਜਿੱਥੇ ਉਹ ਮਸਜਿਦ ਬਣੀ ਹੋਈ ਆ, ਉਹ ਵੀ ਇਹਨਾਂ ਵਸਤਾਂ ਦੇ ਵਿੱਚ ਸ਼ਾਮਿਲ ਆ। ਔਰ ਉਹ ਜਦੋਂ ਭੁਚਾਲ ਇੱਕ ਆਉਣਾ ਆ, ਜਦੋਂ ਰਸ਼ੀਆ ਨੇ ਇਹਦੇ ਉੱਤੇ ਹਮਲਾ ਕਰਨਾ ਆ, ਉਸ ਸਮੇਂ ਇੱਕ ਭੁਚਾਲ ਆਉਣਾ ਹੈ। ਉਸ ਭੁਚਾਲ ਦੇ ਦੌਰਾਨ ਜਿਹੜੀ ਆ ਉਹ ਮਸਜਿਦ ਵੀ ਤਹਿਸ ਨਹਿਸ ਹੋ ਜਾਣੀ ਆ। ਅੱਜ ਅਗਰ ਉਹਨੂੰ ਢਾਉਂਦੇ ਆ ਤੇ ਵਰਲਡ ਵਾਰ ਉਸੇ ਟਾਈਮ ਹੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਪਤਾ ਕਿ ਇਹਦਾ ਨਤੀਜਾ ਕੀ, ਉਹਨੂੰ ਪਰਮੇਸ਼ਰ ਆਪ ਹੀ ਉਹਦਾ ਪ੍ਰਬੰਧ ਕਰੇਗਾ। ਉਹਨਾਂ ਨੇ ਖੁਦਾਈ ਖੁਦਾਈ ਕਰਕੇ ਦੇਖ ਲਿਆ ਹੋਇਆ ਵੀ ਯਰੂਸ਼ਲਮ ਦੀ ਹੱਦ ਦੀ ਜਿਹੜੇ ਮੰਦਿਰ ਦੀ ਕੰਧਾਂ ਕਿੱਥੋਂ ਤੱਕ ਸੀਗੀਆਂ, ਲੇਕਿਨ ਉਹਨੂੰ ਛੇੜਦੇ ਨਹੀਂ ਆ, ਸਿਰਫ ਇਸੇ ਕਰਕੇ ਵੀ ਇੱਕ ਤੇ ਪ੍ਰਭੂ ਵੱਲੋਂ ਅਜੇ ਕੋਈ ਚਿੰਨ੍ਹ ਨਹੀਂ ਆ। ਯਾਨੀ ਕਿ ਯਹੂਦੀਆਂ ਵਾਸਤੇ ਹਰ ਚੀਜ਼ ਦਾ ਇੱਕ ਨਿਸ਼ਾਨ ਆ ਤੇ ਇੱਕ ਚਿੰਨ੍ਹ ਆ। ਉਹਨਾਂ ਨੂੰ ਪਤਾ ਲੱਗੀ ਜਾਣਾ ਕਿੱਥੇ ਕਿੱਥੇ ਤੱਕ ਅਸੀਂ ਕਿੱਥੇ ਪਹੁੰਚਣ ਡਏ ਆ, ਕਿੱਥੇ ਕੀ ਕੰਮ ਸਾਡੇ ਨਾਲ ਹੋ ਰਿਹਾ ਆ। ਸੋ ਉਹ ਵਸਤਾਂ ਦੇ ਵਿੱਚੋਂ ਇੱਕ ਵਸਤ ਜਿਹੜੀ ਆ ਉਹ ਡੋਮ ਆ, ਉਹ ਡਿੱਗ ਜਾਣਾ ਆ, ਉਹ ਮਸਜਿਦ ਢੱਠ ਜਾਣੀ ਆ। ਤੇ ਫਿਰ ਉਸ ਤੋਂ ਤੁਰੰਤ ਬਾਅਦ ਜਿਹੜਾ ਆ ਵਿਰੋਧੀ ਮਸੀਹ ਜਿਹੜਾ ਸ਼ਾਂਤੀ ਦੂਤ ਦੇ ਰੂਪ ਦੇ ਵਿੱਚ ਪ੍ਰਗਟ ਹੋਣਾ। ਦੋ ਤਰ੍ਹਾਂ ਪ੍ਰਗਟ ਹੋਣਾ ਨੇ, ਇੱਕ ਤੇ ਵਿਨਾਸ਼ ਕਰਨ ਦੇ ਲਈ, ਇੱਕ ਸ਼ਾਂਤੀ ਦੂਤ ਦੇ ਰੂਪ ਦੇ ਵਿੱਚ ਉਹਨੇ ਪ੍ਰਗਟ ਹੋਣਾ ਆ। ਤੇ ਫਿਰ ਮਸਜਿਦ ਜਿਹੜੀ ਸ਼ੁਰੂ ਹੋਣੀ, ਯਾਨੀ ਕਿ ਉਹਨਾਂ ਦੇ ਲਈ ਸਾਰਾ ਕੁਛ ਨਿਸ਼ਾਨੀਆਂ ਯਹੂਦੀਆਂ ਦੀ, ਜਦੋਂ ਉਹ ਮਸਜਿਦ ਕਹਿੰਦਾ ਮੰਦਿਰ ਜਦੋਂ ਸ਼ੁਰੂ ਹੋਣਾ ਆ, ਉਹਨਾਂ ਦੇ ਲਈ ਇਹ ਨਿਸ਼ਾਨ ਆ। ਯਹੂਦੀਆਂ ਦੇ ਲਈ ਮੰਦਿਰ ਦਾ ਸ਼ੁਰੂ ਹੋਣਾ ਇਹ ਨਿਸ਼ਾਨ ਆ ਕਿ ਸਾਡਾ ਉਹ ਮਸਾਇਆ ਕੀ ਕਰਨ ਵਾਲਾ ਆਉਣ ਵਾਲਾ ਆ। ਹਾਲੇਲੂਇਆ। ਉਹ ਯਰੂਸ਼ਲਮ ਦੇ ਵਿੱਚ ਆ ਕੇ ਆਪਣਾ ਰਾਜ ਸਥਾਪਿਤ ਕਰਨ ਵਾਲਾ ਉਹਨਾਂ ਵਾਸਤੇ ਨਿਸ਼ਾਨੀ ਹੈ। ਲੇਕਿਨ ਦੁਲਹਨ ਦੇ ਲਈ ਐਸੀ ਕੋਈ ਨਿਸ਼ਾਨੀ ਨਹੀਂ ਹੈ। ਦੁਲਹਨ ਦੇ ਲਈ ਕੋਈ ਚਿੰਨ੍ਹ, ਕੋਈ ਨਿਸ਼ਾਨੀ ਐਸੀ ਨਹੀਂ ਹੈ ਜਿੱਥੋਂ ਪਤਾ ਲਾ ਲਵੇ ਵੀ ਇੰਨੀ ਕੁ ਦੇਰ ਬਾਅਦ ਹੋਣ ਵਾਲਾ। ਕਿਉਂਕਿ ਦੁਲਹਨ ਲਈ ਤਾਂ 2000 ਸਾਲ ਤੋਂ ਨਿਸ਼ਾਨੀਆਂ ਚੱਲੀਆਂ ਆ ਰਹੀਆਂ। 2000 ਤੋਂ ਹੀ ਉਹਨੇ ਕਿਹਾ ਭੁਚਾਲ ਆਉਣਗੇ, ਲੜਾਈਆਂ ਹੋਣਗੀਆਂ, ਸਭ ਕੁਝ ਹੁੰਦਾ ਆਇਆ। ਪਾਣੀਪਤ ਦੀਆਂ ਲੜਾਈਆਂ ਅਸੀਂ ਦੇਖੀਆਂ, ਬ੍ਰਿਟਿਸ਼ ਸਾਮਰਾਜ ਅਸੀਂ ਦੇਖਿਆ। ਸੋ ਇਹ ਸਾਰਾ ਕੁਝ ਅਸੀਂ ਦੇਖਦੇ ਹਾਂ। ਅੱਜ ਵੀ ਲੜਾਈਆਂ ਹੋ ਰਹੀਆਂ। ਸੋ ਇਹੋ ਜਿਹਾ ਕੰਮ ਤੇ ਚੱਲਦਾ ਆ ਰਿਹਾ। ਲੇਕਿਨ ਫਿਰ ਵੀ ਕਦੀ ਕੋਈ ਇਹ ਨਹੀਂ ਕਹਿ ਸਕਦਾ ਵੀ ਹਾਂਜੀ ਹੁਣ ਸੈਕੰਡ ਵਰਲਡ ਵਾਰ ਹੋ ਗਈ ਸੀ ਤੇ ਹੁਣ ਆ ਜਾਊਗਾ, ਹਨਾ। ਉਹ ਵੀ 45 ਦੇ ਵਿੱਚ ਖਤਮ ਹੋ ਗਈ। ਸੋ ਐਸਾ ਕੋਈ ਵੀ ਨਹੀਂ ਕਰ, ਯਾਨੀ ਕਿ ਦੁਲਹਨ ਨੂੰ ਦੱਸਿਆ ਆ, ਪਰ ਮਤਲਬ ਪ੍ਰਤੱਖ ਤੌਰ ਤੇ ਦੁਲਹਨ ਆਈਡੀਆ ਨਹੀਂ ਲਾ ਸਕਦੀ ਕਿ ਚੋਰ ਕਦੋਂ ਆਊਗਾ। ਹਾਲੇਲੂਇਆ। ਸੋ ਦੁਲਹਨ ਦੇ ਲਈ ਕੋਈ ਪਤਾ, ਉਹਨੂੰ ਇਸੇ ਕਰਕੇ ਚੋਰ ਦੀ ਉਦਾਹਰਨ ਦੇ ਨਾਲ ਦਿੱਤਾ ਗਿਆ ਆ ਵੀ ਜਿੱਦਾਂ ਚੋਰ ਹੁੰਦਾ ਨਾ ਪਤਾ ਨਹੀਂ ਹੁੰਦਾ, ਤੇ ਉਸੇ ਤਰ੍ਹਾਂ ਦੁਲਹਨ ਨੂੰ ਵੀ ਪਤਾ ਨਹੀਂ ਹੈ। ਪਰ ਇਹਨਾਂ ਨੂੰ ਤੇ ਸਾਰਾ ਕੁਝ ਹੀ ਪਤਾ ਹੈ। ਇਹਨਾਂ ਦੇ ਕੋਲ ਕੋਈ ਐਸੀ ਚੀਜ਼ ਨਹੀਂ ਹੈ, ਕਿਉਂਕਿ ਜਦੋਂ ਮੰਦਿਰ ਸ਼ੁਰੂ ਹੋਣਾ ਆ ਉਦੋਂ ਉਹਨਾਂ ਪਤਾ ਲੱਗਣਾ ਮੰਦਿਰ ਦਾ ਮਾਲਕ ਆਉਣ ਵਾਲਾ ਆ। ਤੇ ਜਦੋਂ ਉਹ ਮੰਦਿਰ ਸ਼ੁਰੂ ਹੋਣਾ, ਜਿਹਦਾ ਮਾਲਕ ਆਉਣ ਵਾਲਾ ਆ, ਇਸ ਮੰਦਿਰ ਦੇ ਮਾਲਕ ਨੇ ਪਹਿਲਾਂ ਇਸ ਮੰਦਿਰ ਨੂੰ ਲੈ ਜਾਣਾ ਆ। ਕਿਉਂਕਿ ਇੱਕ ਟਾਈਮ ਦੇ ਵਿੱਚ ਇੱਕ ਮਾਲਕ ਨੇ ਦੋ ਮੰਦਿਰ ਨਹੀਂ ਰੱਖਣੇ। ਜੇ ਦੋ ਮੰਦਿਰ ਰੱਖਦਾ ਤੇ ਫਿਰ ਉਹਨੂੰ ਡਿਸਾਈਡ ਕਰਨਾ ਪੈਣਾ ਮੈਂ ਰਹਿਣਾ ਕਿਹੜੇ ਮੰਦਿਰ 'ਚ। ਤੇ ਕਹਿੰਦਾ ਮਿੱਟੀ ਤੇ ਗਾਰੇ ਤੇ ਬਣਾਇਆ ਹੋਇਆ ਤੇ ਮੈਂ ਰਹਿੰਦਾ ਨਹੀਂ, ਤੇ ਫਿਰ ਕਿਹ 'ਚ ਰਹੂਗਾ? ਅਹਿਮੀਅਤ ਕਿਹਨੂੰ ਦਊਗਾ? ਫਿਰ ਇਹਨੂੰ ਦਊਗਾ। ਤੇ ਇਹਦਾ ਮਤਲਬ ਇੱਕ ਸਮੇਂ ਦੇ ਵਿੱਚ ਦੋ ਮੰਦਿਰ ਧਰਤੀ ਉੱਤੇ ਰਹਿ ਸਕਦੇ ਨਹੀਂ ਆ। ਇਹਦਾ ਮਤਲਬ ਇਹ ਮੰਦਿਰ ਜਿਹੜਾ ਆ ਪਹਿਲਾਂ ਹਟਾਇਆ ਜਾਊਗਾ ਤੇ ਫਿਰ ਉਹਨਾਂ ਦੀ ਉਮੀਦ ਦੇ ਅਨੁਸਾਰ ਉੱਥੇ ਉਹ ਆਊਗਾ। ਹਾਲੇਲੂਇਆ। ਸੋ ਸਾਫ਼-ਸਾਫ਼ ਸਾਨੂੰ ਹਰ ਚੀਜ਼ ਦਾ ਜਿਹੜਾ ਆ ਉਹ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਪ੍ਰਮਾਣ ਮਿਲਦਾ ਹੈ। ਹਾਂਜੀ, ਅੱਗੇ ਪੜਾਂਗੇ ਜੀ। ਡੈਨੀਅਲ ਦੀ ਪੂਰੀ ਕਰ ਦਈਏ ਗੱਲ। ਜੋ ਉਜਾੜਦਾ ਹੈ ਅਤੇ ਪੂਰੇ ਔਰ ਠਹਿਰਾਏ ਹੋਏ ਅੰਤ ਤੀਕ ਕ੍ਰੋਧ ਉਜੜੇ ਹੋਇਆਂ ਉੱਤੇ ਪਾਇਆ ਜਾਏਗਾ। ਬਿਲਕੁਲ ਜੀ, ਅੱਗੇ ਜੀ। ਹਾਂਜੀ, ਲਾਸਟ ਕਰ ਦਿਓ। ਲਾਸਟ ਹਾਂਜੀ, ਲਾਸਟ ਹੋ ਗਿਆ, ਪੂਰਾ ਕੰਪਲੀਟ ਹੋ ਗਿਆ। ਹਾਂਜੀ। ਸੋ ਪਿਆਰਿਓ, ਅਸੀਂ ਇੱਥੇ ਇੱਕ ਚੀਜ਼ ਤੇ ਦੇਖ ਲਈ ਆ ਵੀ ਜਿਹੜਾ ਉਹਦੇ ਮੁਤਾਬਕ ਜਿਹੜਾ ਆਖਰੀ ਹਫਤਾ ਆ ਉਹਦੇ ਵਿੱਚ ਕੀ ਕੁਝ ਹੋਣ ਵਾਲਾ ਆ, ਉਹਦੇ ਬਾਰੇ ਉਹਨਾਂ ਨੂੰ ਇਸਰਾਏਲੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਕਿਵੇਂ ਹੋਣਾ ਹੈ, ਕਿਸ ਤਰ੍ਹਾਂ ਹੋਣਾ, ਉਸ ਸਮੇਂ ਦੇ ਵਿੱਚ ਕੀ ਕੁਝ ਹੋਣਾ ਆ, ਤੇ ਉਹਨਾਂ ਨੂੰ ਪੂਰਾ ਪ੍ਰਤੱਖ ਰੂਪ ਦੇ ਵਿੱਚ ਪਤਾ ਲੱਗ ਜਾਣਾ ਆ। ਔਰ ਸਭ ਤੋਂ ਵੱਡੀ ਗੱਲ ਹੈਗੀ ਆ, ਯਿਸੂ ਮਸੀਹ ਦੇ ਆਗਮਨ ਤੋਂ ਪਹਿਲਾਂ ਮੂਸਾ ਤੇ ਏਲੀਜਾ ਉਹਨਾਂ ਦੇ ਲਈ ਭੇਜੇ ਜਾਣੇ ਆ। ਜਿਹੜਾ ਸਭ ਤੋਂ ਵੱਡਾ ਇੱਕ ਪ੍ਰੂਫ ਆ ਕਿ ਜਦੋਂ ਮੂਸਾ ਤੇ ਏਲੀਜਾ ਉਹਨਾਂ ਦੇ ਲਈ ਭੇਜੇ ਜਾਣੇ ਆ, ਮੂਸਾ ਤੇ ਏਲੀਜਾ ਨੇ ਮਸੀਹਾ ਤੋਂ ਉਹਨਾਂ ਨੂੰ ਵਾਕਫ ਕਰਾਉਣਾ, ਮੂਸਾ ਤੇ ਏਲੀਜਾ ਨੇ ਪ੍ਰਚਾਰ ਕਰਨਾ ਇਸਰਾਇਲ ਦੇ ਵਿੱਚ, ਮੂਸਾ ਤੇ ਏਲੀਜਾ ਨੇ ਕਰਤੱਵ ਕਰਾਮਾਤਾਂ ਸਭ ਕੁਝ ਉੱਥੇ ਕਰਨਾ ਆ। ਮੂਸਾ ਤੇ ਏਲੀਜਾ ਨੇ ਸਾਰਾ ਕੁਝ ਤਾਂ ਕਰਨਾ ਕਿ ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਅਸੀਂ ਮੂਸਾ ਤੇ ਏਲੀਜਾ ਆ।
ਤੇ ਉਸੇ ਹੀ ਮੂਸਾ ਏਲੀਜਾ ਨੇ ਇਹ ਸਾਰੀਆਂ ਕਰਾਮਾਤਾਂ ਦਿਖਾ ਕੇ ਜਿਹੜੀਆਂ ਉਸ ਸਮੇਂ ਦੇ ਚੋਈਆਂ ਉਹਦੇ ਨਾਲ ਦੀਆਂ ਰਲਦੀਆਂ ਮਿਲਦੀਆਂ ਕਰਨੀਆਂ ਤੇ ਉਹਨਾਂ ਪਤਾ ਲੱਗ ਜਾਣਾ ਆ ਇਹ ਮੂਸਾ ਆ ਤੇ ਇਹ ਏਲੀਜਾ ਆ। ਔਰ ਖਾਸ ਕਰਕੇ ਉਸ ਸਮੇਂ ਦੇ ਦੌਰਾਨ ਜਿਹੜਾ ਮਹਾ ਕਲੇਸ਼ ਦਾ ਸਮਾਂ ਹੋਣਾ ਆ ਉਹਦੇ ਵਿੱਚ ਉਹਨਾਂ ਨੇ ਦੱਸਣਾ ਆ ਅਸੀਂ ਕਿਉਂ ਆਏ ਆ, ਏਲੀਜਾ ਕਾਹਦੇ ਲਈ ਆਇਆ ਆ, ਉਹਦੇ ਲਈ ਸਭ ਕੁਝ ਤਿਆਰ ਕਰਨ ਵਾਸਤੇ ਆਇਆ ਆ। ਹਾਲੇਲੂਇਆ। ਮੂਸਾ ਕਾਹਦੇ ਲਈ ਆਇਆ, ਉਹਦੇ ਲਈ ਸਭ ਕੁਝ ਤਿਆਰ ਕਰਨ ਦੇ ਵਾਸਤੇ ਆਇਆ ਆ। ਸੋ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਦੱਸ ਦੇਣਾ ਆ ਮੂਸਾ ਤੇ ਏਲੀਜਾ ਨੇ ਵੀ ਉਹ ਆ ਰਿਹਾ ਆ ਤੇ ਇਹਦੇ ਵਿੱਚ ਤੇ ਕੋਈ ਗੁਪਤ ਆਗਮਨ ਵਾਲੀ ਕੋਈ ਗੱਲ ਹੈ ਨਹੀਂ, ਇਹਦੇ ਵਿੱਚ ਅੱਖ ਝਪਕਣ ਵਾਲੀ ਕੋਈ ਗੱਲ ਹੈ ਨਹੀਂ, ਇਹਦੇ ਵਿੱਚ ਇਦਾਂ ਦਾ ਕੋਈ ਸਿਸਟਮ ਨਜ਼ਰ ਆਉਂਦਾ ਹੀ ਨਹੀਂਗਾ ਵੀ ਉਹਨਾਂ ਦੇ ਉੱਤੇ ਅਚਾਨਕ ਆ ਪਊਗਾ, ਉਹਨਾਂ ਨੂੰ ਪਤਾ ਲੱਗਣਾ ਆ। ਉਹਨਾਂ ਦੇ ਲਈ ਸਾਰਾ ਨਿਸ਼ਾਨ ਆ, ਸਭ ਕੁਝ ਪੂਰਾ ਹੋਣ ਦੇ ਲਈ ਉਹਨਾਂ ਦੇ ਸਾਹਮਣੇ ਸਭ ਕੁਝ ਨਜ਼ਰ ਆਉਂਦਾ ਆ। ਲੇਕਿਨ ਦੁਲਹਨ ਦੇ ਲਈ ਐਸਾ ਕੋਈ ਨਹੀਂ ਆ। ਦੁਲਹਨ ਦੇ ਜੋ ਕੰਨ ਦੇ ਵਿੱਚ ਜਦੋਂ ਉਹਦੇ ਲਲਕਾਰੇ ਦੀ ਆਵਾਜ਼ ਆਉਣੀ ਨਾ, ਪਰਮੇਸ਼ਰ ਦੀ ਤੁਰੀ ਦੀ ਆਵਾਜ਼ ਆਉਣੀ, ਉਦੋਂ ਦੁਲਹਨ ਨੇ ਏਦਾਂ ਚੇਂਜ ਹੋਣਾ ਆ। ਸੋ ਜਿਹੜੀ ਤੁਰੀ ਦੀ ਆਵਾਜ਼ ਆ ਜਾਂ ਲਲਕਾਰੇ ਦੀ ਆਵਾਜ਼ ਉਹ ਸਿਰਫ ਦੁਲਹਨ ਸੁਣ ਸਕਦੀ ਆ, ਦੂਸਰੇ ਕਿਸੇ ਦੇ ਕੰਨ ਦੇ ਵਿੱਚ ਉਹ ਪੈ ਸਕਦੀ ਨਹੀਂ, ਕਿਉਂਕਿ ਉਹ ਜਿਹੜੀ ਜੈਕਾਰ ਦਾ ਲਲਕਾਰਾ ਨਾ ਪ੍ਰਭੂ ਯਿਸੂ ਮਸੀਹ ਦਾ, ਉਹ ਦੁਲਹਨ ਦੇ ਲਈ ਹੀ ਉਹਨੇ ਲਾਉਣਾ ਆ ਤੇ ਉਹ ਦੁਲਹਨ ਨੇ ਹੀ ਸੁਣਨਾ ਆ। ਸੋ ਯਿਸੂ ਮਸੀਹ ਦੀ ਵਿਆਕੁਲਤਾ ਔਰ ਉਹਦੀ ਮੁਹੱਬਤ ਨੂੰ ਅਸੀਂ ਇੱਥੋਂ ਸਮਝ ਸਕਦੇ ਹਾਂ ਕਿ ਦੁਲਹਨ ਦੀ ਕੀਮਤ ਕੀ ਆ, ਦੁਲਹਨ ਹੈ ਕੀ ਆ ਔਰ ਦੁਲਹਨ ਤੋਂ ਬਿਨਾਂ ਕੀ ਕੁਝ ਅਧੂਰਾ ਆ। ਕਿ ਜਦੋਂ ਇਹ ਸਭ ਕੁਝ ਪੂਰਾ ਹੋਣਾ, ਪਾਕ ਰੂਹ ਨੇ ਜਦੋਂ ਇਸ ਦੁਲਹਨ ਨੂੰ ਤਿਆਰ ਕਰ ਲੈਣਾ ਆ, ਆਪਣੇ ਠਹਿਰਾਏ ਹੋਏ ਸੇਵਕਾਂ ਨੇ ਜਦੋਂ ਉਹਨੂੰ ਸ਼ਿੰਗਾਰ ਦੇਣਾ ਆ, ਤੇ ਉਸ ਸਮੇਂ ਦੇ ਉੱਤੇ ਇੱਕ ਲਲਕਾਰ ਜਿਹੜੀ ਯਿਸੂ ਮਸੀਹ ਨੇ ਮਾਰਨੀ ਆ, ਉਹ ਲਲਕਾਰ ਜਿਹੜੀ ਆ ਉਹ ਜਿੱਤ ਨੂੰ ਦਿਖਾਉਂਦੀ ਆ। ਇੱਕ ਜਿੱਤ ਨੂੰ ਪ੍ਰਭੂ ਯਿਸੂ ਮਸੀਹ ਪੂਰਾ ਕਰਕੇ ਗਿਆ, ਦੂਸਰੀ ਜਿੱਤ ਨੂੰ ਦੁਲਹਨ ਨੇ ਜਦੋਂ ਪੂਰਾ ਕਰਨਾ ਆ ਉਦੋਂ ਉਹਦੇ ਸਾਰਾ ਪਰਪਸ ਜਿਹੜਾ ਪੂਰਾ ਹੋਣਾ। ਇਸ ਕਰਕੇ ਲਿਖਿਆ ਲਲਕਾਰ ਦੇ ਨਾਲ ਉਹ ਆਵੇਗਾ। ਹਾਲੇਲੂਇਆ। ਸੋ ਇੱਕ ਹੋਰ ਵਰਸ ਪੜ੍ਹ ਲੈਂਦੇ ਆ ਜੀ, ਮੱਤੀ ਦੀ ਅੰਜੀਲ ਉਹਦਾ 24 ਅਧਿਆਇ ਉਹਦੀ 29 ਤੋਂ 30 ਵਰਸੇ। ਇਹ ਅਸੀਂ ਦੂਸਰੇ ਰੈਫਰੈਂਸ ਦੇ ਬਾਰੇ ਪੜ੍ਹ ਰਹੇ। ਪਹਿਲਾਂ ਅਸੀਂ ਦੇਖ ਲਿਆ ਵੀ ਜਿਹੜਾ ਰੈਪਚਰ ਆ ਉਹ ਕਦੇ ਵੀ ਹੋ ਸਕਦਾ ਆ, ਉਹਦੇ ਵਾਸਤੇ ਅਸੀਂ ਪ੍ਰਕਾਸ਼ਿਤ ਵਾਕਿਆ ਰੈਵੀਲੇਸ਼ਨ 3:3 ਦੇ ਵਿੱਚ ਦੇਖ ਲਿਆ ਆ, ਔਰ ਥੈਸਲੋਨੀਕੇ 5 ਦੀ 4 ਤੋਂ 6 ਦੇ ਵਿੱਚ ਅਸੀਂ ਪੜ੍ਹ ਚੁੱਕੇ ਪਹਿਲਾਂ। ਲੇਕਿਨ ਜਿਹੜਾ ਇੱਧਰ ਆ, ਇੱਧਰ 7 ਵਰਸ਼ੀ ਕਲੇਸ਼ ਤੋਂ ਬਾਅਦ ਆ, ਔਰ ਉਹ 7 ਵਰਸ਼ ਦੇ ਵਿੱਚ ਜੋ ਕੁਝ ਹੋਣਾ ਹੈ ਉਹਦੇ ਵਿੱਚ ਪੂਰਾ ਉਹਨਾਂ ਨੂੰ ਪਤਾ ਲੱਗ ਜਾਣਾ ਆ ਵੀ ਹੁਣ ਮਸਾਇਆ ਦਾ ਜਿਹੜਾ ਆਉਣਾ ਆ ਉਹ ਸਿਰ ਦੇ ਉੱਤੇ ਆ। ਔਰ ਵੈਸੇ ਤਾਂ ਉਹਨਾਂ ਨੂੰ ਹੁਣ ਵੀ ਪਤਾ ਲੱਗ ਗਿਆ, ਕਿਉਂਕਿ ਇਸਰਾਇਲ ਦੇ ਵਿੱਚ ਜਿਹੜਾ ਵੀ ਪਰਿਵਰਤਨ ਇਸ ਟਾਈਮ ਆ ਰਿਹਾ ਨਾ, ਉਹਦੇ ਬਾਰੇ ਉਹਨਾਂ ਨੂੰ ਸਾਰਾ ਕੁਝ ਪਤਾ ਆ ਵੀ ਕੀ ਕੁਝ ਹੋਣ ਵਾਲਾ। ਲੇਕਿਨ ਰੈਪਚਰ ਦੇ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਕਦੋਂ ਇਹ ਹੋਣ ਵਾਲਾ ਹੈ। ਹਾਲੇਲੂਇਆ। ਹਾਂਜੀ, ਪੜਾਂਗੇ ਜੀ। ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਹਨੇਰਾ ਹੋ ਜਾਵੇਗਾ। ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਜਦੋਂ ਇਹਨੇ ਆਉਣਾ ਨਾ, ਉਹਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ। ਪ੍ਰਭੂ ਯਿਸੂ ਮਸੀਹ ਜਿਹੜਾ ਨਾ ਆਗਮਨ ਜਿਹੜਾ ਹੈਗਾ ਆ ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਲਈ, ਉੱਥੇ ਇੱਕ ਨਿਸ਼ਾਨ ਹੈ। ਸਾਡੇ ਰੈਪਚਰ ਦੇ ਲਈ ਇਹੋ ਜਿਹਾ ਕੋਈ ਨਿਸ਼ਾਨ ਨਹੀਂਗਾ। ਜਿੱਦਾਂ ਮੈਂ ਪਹਿਲਾਂ ਦੱਸਿਆ ਆ, ਜਦੋਂ ਉਹਨੇ ਆਉਣ ਲੱਗਣਾ ਲਲਕਾਰਾ ਮਾਰਨ ਤੋਂ ਪਹਿਲਾਂ ਇਹ ਨਹੀਂ ਸੂਰਜ ਕੋਈ ਕਾਲਾ ਹੋਊਗਾ, ਚੰਦ ਕੋਈ ਲਾਲ ਹੋ ਜਾਊਗਾ, ਕੋਈ ਇਦਾਂ ਦਾ ਕੋਈ ਸਿਸਟਮ, ਕੋਈ ਵੀ ਇਦਾਂ ਦਾ ਨਿਸ਼ਾਨ ਮਿਲਦਾ ਨਹੀਂ ਆ। ਲੇਕਿਨ ਜਦੋਂ ਉਹਨਾਂ ਉੱਤੇ ਪ੍ਰਗਟ ਹੋਣ ਆਉਣਾ ਆ, ਉਹ ਤੋਂ ਪਹਿਲਾਂ ਦੇ ਨਿਸ਼ਾਨ ਅਸੀਂ ਪੜ੍ਹਦੇ ਹਾਂ। ਹਾਂਜੀ, ਕੀ ਹੈ ਜੀ? ਚੰਦ ਆਪਣੀ ਚਾਂਦਨੀ ਨਾ ਦੇਵੇਗਾ। ਨੰਬਰ 1 ਕੀ ਹੋਗਾ ਜੀ? ਜਦੋਂ ਉਹਨਾਂ ਤੇ ਪ੍ਰਗਟ ਹੋਣਾ ਆ, ਮਹਾਕਲੇਸ਼ ਜਿਹੜਾ ਜਦੋਂ ਖਤਮ ਹੋਣ ਦੇ ਐਂਡ ਦੇ ਅਸਾਰ ਤੇ ਪਹੁੰਚਣਾ ਆ, ਤੇ ਉਦੋਂ ਇੱਕ ਕੰਮ ਹੋਣਾ ਆ। ਕੀ ਹੋਣਾ ਆ? ਚੰਦ ਆਪਣੀ ਚਾਨਣੀ ਗਵਾ ਬੈਠੇਗਾ। ਚੰਦ ਆਪਣੀ ਚਾਨਣੀ ਦੇਵੇਗਾ। ਇਹ ਕੀ ਹੋਇਆ ਭਲਾ? ਇਸਰਾਏਲੀਆਂ ਲਈ ਕੀ ਆ ਭਲਾ? ਇਹ ਨਿਸ਼ਾਨ ਆ। ਲੇਕਿਨ ਸਾਡੇ ਲਈ ਤੇ ਇਦਾਂ ਦਾ ਨਿਗਾ ਵੀ ਜਦੋਂ ਉਹਨੇ ਰੈਪਚਰ ਦੇ ਸਮੇਂ ਤੇ ਆਉਣਾ ਤੇ ਸਾਡੇ ਲਈ ਕੋਈ ਇਦਾਂ ਦਾ ਨਿਸ਼ਾਨ ਹੈ। ਉਹਨਾਂ ਦੇ ਲਈ ਪ੍ਰਤੱਖ ਰੂਪ ਦੇ ਵਿੱਚ ਪੂਰਾ ਨਿਸ਼ਾਨ ਹੈ। ਜਿੱਦਾਂ ਹੀ ਉਹ ਹੋਣਾ ਆ ਤੇ ਉਹਨਾਂ ਦੇ ਵੀ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਸਾਡੇ ਕੋਲ ਬਾਈਬਲ ਦੇ ਵਿੱਚ ਵੀ ਸੇਮ ਲਿਖਿਆ ਹੋਇਆ, ਚੇਲਿਆਂ ਨੂੰ ਦੱਸ ਕੇ ਗਿਆ ਪ੍ਰਭੂ ਯਿਸੂ ਮਸੀਹ। ਹਾਂਜੀ, ਕੀ ਹੈ ਜੀ? ਪੜਾਂਗੇ ਅੱਗੇ। ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ। ਚੰਨ ਆਪਣੀ ਚਾਨਣੀ ਛੱਡ ਦਊਗਾ ਤੇ ਤਾਰੇ ਆਕਾਸ਼ ਤੋਂ ਡਿੱਗਣਗੇ। ਹਾਂਜੀ, ਆਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਆਕਾਸ਼ਾਂ ਦੀਆਂ ਸ਼ਕਤੀਆਂ ਵੀ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ। ਹਾਲੇਲੂਇਆ। ਮਨੁੱਖ ਦੇ ਪੁੱਤ ਦਾ ਨਿਸ਼ਾਨ ਫਿਰ ਆਕਾਸ਼ ਦੇ ਵਿੱਚ 3 ਕੰਮ ਪਹਿਲਾਂ ਹੋਣਗੇ ਤੇ ਫਿਰ ਮਨੁੱਖ ਦਾ ਪੁੱਤਰ ਚੌਥੇ ਟਾਈਮ ਦੇ ਵਿੱਚ ਪ੍ਰਗਟ ਹੁੰਦਾ ਹਨਾ। ਤੇ ਲੇਕਿਨ ਦੁਲਹਨ ਦੇ ਲਈ ਕੀ ਹੈ ਭਲਾ? ਦੁਲਹਨ ਦੇ ਲਈ ਐਸਾ ਕੁਝ ਦੁਲਹਨ ਦੇ ਤੇ ਅਚਾਨਕ ਹੀ ਕੰਨ ਦੇ ਵਿੱਚ ਤੁਰੀ ਦੀ ਆਵਾਜ਼ ਪੈਣੀ ਤੇ ਏਦਾਂ ਹੀ ਪਲਕ ਝਪਦੇ ਸਾਰੀ ਉੱਡ ਜਾਣੀ ਹੈ। ਸੋ ਇਹਨੇ ਰੈਫਰੈਂਸ ਅਸੀਂ ਅੱਗੇ ਵੀ ਜਾ ਕੇ ਪੜਾਂਗੇ, ਲੇਕਿਨ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਜਿੰਨਾ ਅਸੀਂ ਸਿੱਖ ਲਿਆ ਇਹਨਾਂ ਕਾਫੀ, ਔਰ ਇਸ ਤੋਂ ਅੱਗੇ ਅਸੀਂ ਰਾਤ ਨੂੰ ਵਧਾਂਗੇ ਔਰ ਪੂਰਾ ਪ੍ਰੋਪਰ ਤਸੱਲੀ ਦੇ ਨਾਲ ਸਿੱਖਾਂਗੇ। ਲੇਕਿਨ ਇੱਥੇ ਸਾਡੇ ਸਾਹਮਣੇ 2 ਗੱਲਾਂ ਜਿਹੜੀਆਂ ਪ੍ਰਤੱਖ ਰੂਪ ਦੇ ਵਿੱਚ ਆ ਗਈਆਂ ਆ ਕਿ ਦੁਲਹਨ ਦੇ ਲਈ ਸਭ ਕੁਝ ਵੱਖਰਾ, ਟੋਟਲ ਹੀ ਵੱਖਰਾ। ਰੈਪਚਰ ਦਾ ਸਾਰਾ ਸਿਸਟਮ ਹੀ ਵੱਖਰਾ ਆ ਦੂਸਰੇ ਆਗਮਨ ਤੋਂ। ਇਸਰਾਇਲ ਦੇ ਉੱਤੇ ਪ੍ਰਗਟ ਹੋਣਾ ਤੇ ਦੁਲਹਨ ਦੇ ਲਈ ਆਉਣਾ, ਇਹ ਸਾਰਾ ਟੋਟਲ ਵਿਸ਼ਾ ਜਿਹੜਾ ਆ ਇੱਕਦਮ ਕਲੀਅਰ ਕਰਦਾ ਆ ਕਿ ਦੋਨਾਂ ਦਾ ਆਪਸ ਵਿੱਚ ਕੋਈ ਵੀ ਇਦਾਂ ਦਾ ਨਹੀਂਗਾ ਕਿ ਅਸੀਂ ਕਹਿ ਦਈਏ ਨਹੀਂ ਇੱਕੋ ਹੀ ਗੱਲ ਆ।
ਸੋ ਫਿਰ ਵੀ ਅਗਰ ਕਿਸੇ ਦੀ ਸਮਝ ਵਿੱਚ ਨਾ ਆਵੇ ਤੇ ਫਿਰ ਵਚਨ 'ਚ ਲਿਖਿਆ ਆ ਵੀ ਹੁਣ ਜਿਹੜਾ ਦੁਸ਼ਟ ਆ ਉਹ ਦੁਸ਼ਟਤਾ ਹੀ ਕਰਦਾ ਜਾਵੇ, ਕਿਉਂਕਿ ਉਹਦੀ ਸਮਝ ਵਿੱਚ ਆਉਣਾ ਨਹੀਂ ਹੈ। ਤੇ ਲਿਖਿਆ ਧਰਮੀ ਜਿਹੜਾ ਉਹ ਧਰਮੀ ਬਣਦਾ ਜਾਵੇ। ਸੋ ਜਿਹਨਾਂ ਦੀ ਸਮਝ ਆ ਗਿਆ ਉਹ ਤੇ ਫਿਰ ਆਪਣੇ ਆਪ ਨੂੰ ਪਾਕ ਪਵਿੱਤਰ ਕਰਦੇ ਜਾਣਗੇ, ਤੇ ਜਿਹਨਾਂ ਦੀ ਸਮਝ ਨਹੀਂ ਆਉਂਦਾ ਉਹ ਦੁਸ਼ਟਤਾ ਦੇ ਵਿੱਚ ਹੀ ਨਾਸ਼ ਹੋ ਜਾਣਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਆਓ ਅਸੀਂ खुदा दी हजूरी च बने रहने और एक गीत गाने उस तो बाद दुआ करते हैं। हालेलुया। उसका वचन पूरा हो रहा है, देखो देखो मसीह आ रहा है, देखो देखो मसीह आ रहा है। उसका वचन पूरा हो रहा है, उसका वचन पूरा हो रहा है, देखो देखो मसीह आ रहा है, देखो देखो मसीह आ रहा है। दिल ना घबराए तुम्हारा उसका फरमान, दिल ना घबराए तुम्हारा उसका फरमान। जैसे खुदा पर मुझ पे रखो ईमान, जैसे खुदा पर मुझ पे रखो ईमान। वायदों को पूरा करने को आ रहा है, वायदों को पूरा करने को आ रहा है। उसका वचन पूरा हो रहा है, उसका वचन पूरा हो रहा है। देखो देखो मसीह आ रहा है, देखो देखो मसीह आ रहा है। रूठी तलवार है जो जिंदा कलाम ले लो, रूठी तलवार है जो जिंदा कलाम ले लो। वस्त्र रूहानी पहन गए रूपे हथियार ले लो, वस्त्र रूहानी पहन गए रूपे हथियार ले लो। आ जाओ यीशु के पास वो दे रहा है, आ जाओ यीशु के पास वो दे रहा है। उसका वचन पूरा हो रहा है, उसका वचन पूरा हो रहा है। देखो देखो मसीह आ रहा है, देखो देखो मसीह आ रहा है। माना है यीशु को जैसे चलते रहो उसी में ऐसे, माना है यीशु को जैसे चलते रहो उसी में ऐसे। सीमा में जड़ पकड़ के दुखों को सब्र से बह के, सीमा में जड़ पकड़ के दुखों को सब्र से बह के। जागो और करो दुआ तब वो कह रहा है, जागो और करो दुआ तब वो कह रहा है। उसका वचन पूरा हो रहा है, उसका वचन पूरा हो रहा है। देखो देखो मसीह आ रहा है, देखो देखो मसीह आ रहा है, देखो देखो मसीह आ रहा है, आ रहा है, आ रहा है, आ रहा है। करे खुदा तेरे वचਨਾਂ ਦੇ ਲਈ ਤੇਰਾ ਧੰਨਵਾਦ ਕਰਦੇ ਆ। ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਡੇ ਨਾਲ ਗੱਲ ਕੀਤੀ, ਤੇਰਾ ਸ਼ੁਕਰ ਕਰਦੇ ਆ। ਤੇਰੇ ਵਚਨ ਹਰੇਕ ਜ਼ਿੰਦਗੀ ਦੇ ਵਿੱਚ ਵਸ ਜਾਣ ਖੁਦਾਵੰਦ, ਔਰ ਹਰੇਕ ਜ਼ਿੰਦਗੀ ਤੇਰੀ ਆਮਦ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਰੱਖੇ ਖੁਦਾਵੰਦ, ਕਿਉਂਕਿ ਕੋਈ ਨਹੀਂ ਜਾਣਦਾ ਕਦੋਂ ਲਲਕਾਰ ਹੋਵੇਗੀ, ਕਦੋਂ ਤੁਰੀ ਫੂਕੀ ਜਾਵੇਗੀ, ਕਦੋਂ ਨਰਸਿੰਗਾ ਫੂਕਾ ਜਾਵੇਗਾ, ਕਿਸੇ ਨੂੰ ਕੋਈ ਪਤਾ ਨਹੀਂ ਖੁਦਾਵੰਦ। ਇਸ ਲਈ ਤੇਰਾ ਵਚਨ ਦੱਸਦਾ ਹੈ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਦੋਂ ਆਓਗੇ। ਸੋ ਪਿਆਰੇ ਖੁਦਾਵੰਦ ਖੁਦਾ ਹਰੇਕ ਜ਼ਿੰਦਗੀ ਦੇ ਲਈ ਤੇਰੇ ਰਹਿਮ ਨੂੰ ਮੰਗਦੇ ਆ। ਜਦੋਂ ਤੁਸੀਂ ਐਡਾ ਵੱਡਾ ਅਨੁਗ੍ਰਹਿ ਕੀਤਾ ਤੇ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਕੋਈ ਵੀ ਜ਼ਿੰਦਗੀ ਤੇਰੇ ਉਸ ਜਲਾਲ 'ਚ ਪ੍ਰਵੇਸ਼ ਕਰਨ ਤੋਂ ਰਹਿ ਨਾ ਜਾਵੇ ਖੁਦਾਵੰਦ। ਸਭ ਤੇਰੇ ਅਨੁਗ੍ਰਹਿ ਨੂੰ ਸਮਝਦੇ ਹੋਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਨ ਖੁਦਾਵੰਦ, ਤਾਂ ਕਿ ਇੱਜ਼ਤ ਔਰ ਜਲਾਲ ਦੇ ਨਾਲ ਤੇਰੇ ਕੋਲ ਪਹੁੰਚ ਸਕਣ ਖੁਦਾਵੰਦ ਦਾ। ਤੇਰਾ ਧੰਨਵਾਦ ਕਰਦੇ ਆ। ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ ਦਿੰਦੇ ਆ, ਤੁਹਾਡੀ ਨੇਕ ਇੱਛਾ ਨੂੰ ਮੰਗ ਲੈਂਦੇ ਆ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਹਾਲੇਲੂਇਆ।